ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਤੀਜਾ। ਹੋਰ ਵਿਡਾਣੀ ਚਾਕਰੀ, ਧ੍ਰਿਗ ਜੀਵਣਾ ਧ੍ਰਿਗ ਵਾਸ। ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖਟਣਾ ਬਿਖ ਰਾਸ। ਹੋਰ ਵਿਡਾਣੀ ਚਾਕਰੀ, ਧ੍ਰਿਗ ਜੀਵਣਾ ਧ੍ਰਿਗ ਵਾਸ। ਅੰਮ੍ਰਿਤ ਛੋੜ ਬਿਖ ਲਗੇ, ਬਿਖ ਖਟਣਾ ਬਿਖ ਰਾਸ। ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ। ਐਥੈ ਦੁਖੋ ਦੁਖ ਕਮਾਵਣਾ, ਮੋਇਆ ਨਰਕ ਨਿਵਾਸ। ਮਨ ਮੁਖ ਮੋਹ ਮੈਲੇ, ਸ਼ਬਦ ਨਾ ਜਾਣਨੀ। ਕਾਮ ਕ੍ਰੋਧ ਵਿਨਾਸ਼, ਸਤਿਗੁਰ ਕਾ ਭਉ ਛੋਡਿਆ। ਮਨ ਹਠ ਕੰਮ ਨ ਆਵੈ ਰਾਸ। ਜਮਪੁਰ ਬੱਧੇ ਮਾਰੀਐ, ਕੋ ਨ ਸੁਣੇ ਅਰਦਾਸ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ। ਪੌੜੀ। ਸੋ ਸਤਿਗੁਰ ਸੇਵਾਹੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜਹੁ ਦਿਨੁ ਰਾਤਿ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖਹੁ ਇਕ ਨਿਮਖ ਨਿਮਖ, ਜਿਨ ਹਰਿ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਭ ਪਗੀ ਪਵਹੁ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤੀ ਭੰਡਾਰ ਲਹਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤੀ ਭੰਡਾਰ ਲਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ,
ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾਂ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰੈਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਤੇ ਸਾਡੇ ਵਾਸਤੇ ਉਪਦੇਸ਼ ਮਿਲਦਾ ਹੈ। ਮਹਾਰਾਜ ਨੇ ਅੱਜ ਪੁਨः ਸਾਨੂੰ ਵਿਸ਼ਵਾਸ ਦਿਵਾਇਆ ਜਿਹੜਾ ਸਾਡੇ ਹਰ ਸਿੱਖ ਦੇ ਹਿਰਦੇ ਵਿੱਚ ਟਿਕਿਆ ਰਹਿਣਾ ਚਾਹੀਦਾ ਹੈ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨ ਸੂਝੈ, ਇਹ ਜਤਨ ਕਾਟ ਕਲ ਕਾਲ। ਸਾਨੂੰ ਵਿਸ਼ਵਾਸ ਵੀ ਨੇ, ਗਿਆਨ ਵੀ ਹੋ ਜਾਏ ਕਿ ਆਨ ਸੰਜਮ ਕਿਛ ਨ ਸੂਝੈ। ਇੱਕ ਚੇਤਾ ਰੱਖੀ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ, ਉਹਨਾਂ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਸੰਜਮ, ਕੋਈ ਜੁਗਤ ਐਸੀ ਨਹੀਂ ਹੈ ਜਿਹਦੇ ਨਾਲ ਅਸੀਂ ਆਪਣੇ ਉੱਤੇ ਪਏ ਹੋਏ ਕੱਲ੍ਹ ਦੇ ਮਾਇਆਵੀ ਪ੍ਰਭਾਵਾਂ ਦੇ ਜਾਲ ਨੂੰ ਕੱਟ ਲਵਾਂਗੇ। ਕੋਈ ਤਰੀਕਾ ਐਸਾ ਨਹੀਂ ਹੈ। ਤੇ ਕਹਿਣ ਲੱਗੇ ਕਿਹੜਾ ਤਰੀਕਾ? ਕਹਿਣ ਲੱਗੇ ਕੋਈ ਸਾਧੂ ਸੰਗ ਭਜੂ ਗੋਪਾਲ। ਕਦੇ ਕਦੇ ਅਸਾਂ ਨੇ ਹਿਕਮਤ ਮੰਡਲ ਵਿੱਚ ਦੇਖਿਆ ਹੋਣਾ ਹੈ, ਕਿਸੇ ਬੰਦੇ ਨੂੰ ਕੋਈ ਭਿਅੰਕਰ ਰੋਗ ਲੱਗ ਜਾਏ, ਕਿਸੇ ਚੰਗੇ ਹਸਪੀਟਲ ਲੈ ਕੇ ਜਾਈਏ, ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਕਹਿੰਦੇ ਨੇ ਭਾਈ ਇਹਦਾ ਇਲਾਜ ਤੇ ਹੈ ਪਰ ਇੱਕੋ ਹੀ ਹੈ। ਇਲਾਜ ਉਹ ਮਹਿੰਗਾ ਹੋ ਸਕਦਾ ਹੈ, ਔਖਾ ਹੋ ਸਕਦਾ ਹੈ, ਪਰ ਹੈ ਇੱਕੋ ਹੀ। ਇਲਾਜ ਹੋ ਜਾਏਗਾ ਪਰ ਤੁਹਾਨੂੰ ਇਸੇ ਤਰੀਕੇ ਦੇ ਨਾਲ ਕਰਨਾ ਪਏਗਾ। ਫਿਰ ਬੰਦਾ ਪੁੱਛਦਾ ਜੀ ਕਿਹੜਾ? ਉਹ ਤਰੀਕਾ ਦੱਸ ਦਿੰਦੇ ਨੇ ਆਪਣਾ। ਇਸੇ ਤਰ੍ਹਾਂ ਸਾਡੇ ਵੀ ਇੱਕੋ ਇੱਕ ਤਰੀਕਾ ਹੈ। ਤੇ ਜਦੋਂ ਅਸੀਂ ਪੁੱਛਾਂਗੇ ਮਹਾਰਾਜ ਉਹ ਕਿਹੜਾ ਤਰੀਕਾ ਜਿਹਦੇ ਨਾਲ ਕੱਲ ਕਾਲ ਦੇ ਬੰਧਨ ਕੱਟੇ ਜਾਂਦੇ ਨੇ, ਤੇ ਕਹਿਣ ਲੱਗੇ ਮਹਾਰਾਜ ਕਹਿੰਦੇ ਕੋਈ ਇੱਕੋ ਤਰੀਕਾ, ਜੇ ਸਾਧੂ ਸੰਗ ਭਜੋ ਗੋਪਾਲ। ਸਤ ਸੰਗਤ ਵਿੱਚ ਆ ਕੇ ਗੋਪਾਲ ਦਾ ਭਜਨ ਕਰਨਾ, ਜਿਹਦੇ ਵਾਸਤੇ ਆਪਾਂ ਬੈਠਦੇ ਹਾਂ। ਸਿਮਰਨ ਕਰਨਾ, ਬਾਣੀ ਦਾ ਪਠਨ ਪਾਠਨ ਵਿਚਾਰ, ਇਹ ਸਾਰਾ ਕੁਝ ਜਪ ਦੇ ਸਰੂਪ ਦੇ ਅੰਦਰ ਆਉਂਦਾ ਹੈ। ਜਪ ਕੇਵਲ ਕੁਝ ਪਲਾਂ ਦਾ ਵਾਹਿਗੁਰੂ ਵਾਹਿਗੁਰੂ ਬੋਲਣਾ ਨਹੀਂ ਹੈ। ਜਪ ਬਹੁਤ ਵਿਸਤਾਰ ਰੱਖਦਾ ਹੈ। ਜਪ ਦੇ ਵਿੱਚ ਉਹਦਾ ਧਿਆਨ ਹੈ, ਗਿਆਨ ਹੈ, ਪਾਠ ਹੈ, ਸਾਡੇ ਵਿਚਾਰਨ ਦੀ ਕਲਾ ਹੈ। ਅਸੀਂ ਸਾਰਾ ਕੁਝ ਕਰੀਏ ਤਦ ਜਾ ਕੇ ਕਿਤੇ ਜਪ ਪੂਰਾ ਹੁੰਦਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕੀ। ਤੇ ਅੱਜ ਮਹਾਰਾਜ ਨੇ ਇਹਨਾਂ ਗੱਲਾਂ ਨੂੰ ਹੋਰ ਸਪਸ਼ਟ ਕੀਤਾ ਹੈ। ਜੇ ਮਹਾਰਾਜ ਕਹਿੰਦੇ ਕਿ ਵਾਹਿਗੁਰੂ ਜੀ ਦਾ ਨਾਮ ਹੀ ਸਤ ਸੰਗਤ ਵਿੱਚ ਜਪਿਆ ਹੋਇਆ ਜਾਪ ਹੀ ਤੇਰੇ ਅੰਦਰ ਦੇ ਵਿਕਾਰਾਂ ਦੇ ਜਾਲ ਨੂੰ ਕੱਟੇਗਾ। ਤੇ ਮਹਾਰਾਜ ਦਾ ਆਪਣੇ ਅੰਦਾਜ਼ ਵਿੱਚ ਤੀਸਰੇ ਪਾਤਸ਼ਾਹ ਦੇ ਬਚਨ ਕਿੰਨੇ ਸਪਸ਼ਟ ਨੇ। ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ। ਅਗਰ ਤੁਸੀਂ ਆਪਣੇ ਗੁਰਕਰਤੇ ਦੀ ਸਿੰਬਾ ਸਿਮਰਨ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਹੋ, ਤੇ ਇਹ ਮੰਨਿਆ ਜਾਂਦਾ ਹੈ ਜਿਸ ਜੀ ਨੇ ਵਾਹਿਗੁਰੂ ਜੀ ਦੇ ਨਾਮ ਦੇ ਸੇਵਾ ਸਿਮਰਨ ਨੂੰ ਛੱਡ ਦਿੱਤਾ ਹੈ ਉਹ ਫਿਰ ਮਾਇਆ ਦੇ ਖਾਤੇ 'ਚ ਪਏਗਾ। ਕਿਉਂਕਿ ਸਾਡੇ ਕੋਲ ਤੀਸਰਾ ਥਾਂ ਹੀ ਕੋਈ ਨਹੀਂ, ਤੀਸਰਾ ਤੇ ਪਾਸਾ ਹੀ ਨਹੀਂ ਹੁੰਦਾ। ਹੁਣ ਤੱਕ ਅਸੀਂ ਇਹੀ ਮੰਨਦੇ ਹਾਂ ਕਿ ਦੋ ਹੀ ਵੱਡੀਆਂ ਦਿਸ਼ਾਵਾਂ ਹੁੰਦੀਆਂ ਨੇ। ਅਸੀਂ ਸੱਜੇ ਮੁੜ ਜਾਵਾਂਗੇ, ਖੱਬੇ ਮੁੜ ਜਾਵਾਂਗੇ, ਅੱਗੇ ਜਾਵਾਂਗੇ ਜਾਂ ਪਿੱਛੇ ਜਾਵਾਂਗੇ, ਉੱਪਰ ਜਾਵਾਂਗੇ ਜਾਂ ਨੀਚੇ ਜਾਵਾਂਗੇ।
ਹੁਣ ਇਹਨਾਂ ਦੇ ਵਿਚਕਾਰ ਤੇ ਅਸੀਂ ਆ ਨਾ, ਹੁਣ ਸੱਜੇ ਜਾਂ ਖੱਬੇ ਦੇ ਵਿਚਕਾਰ ਤੇ ਅਸੀਂ, ਚੁਣਾਵ ਸਾਡਾ ਹੈ ਕਿ ਅਸੀਂ ਸੱਜੇ ਪਾਸੇ ਮੁੜਨਾ ਹੈ ਜਾਂ ਖੱਬੇ ਪਾਸੇ ਮੁੜਨਾ ਹੈ। ਤੇ ਇੱਕ ਪਾਸਾ ਹੈ ਕਰਤਾ ਪੁਰਖ ਦਾ, ਤੇ ਜਿਹੜਾ ਕਰਤਾ ਪੁਰਖ ਦਾ ਪਾਸਾ ਹੈ ਉਹ 'ਚ ਸੇਵਾ ਹੈ, ਸਿਮਰਨ ਹੈ, ਜਾਪ ਹੈ, ਪੂਜਾ ਪਾਠ, ਆਪੋ ਆਪਣੇ ਧਿਆਨ ਵੱਖਰੇ ਨੇ। ਤੇ ਫਿਰ ਭਾਈ ਦੂਜਾ ਪਾਸਾ ਜੇ ਮਾਇਆ ਦਾ, ਜਿਹਨੇ ਆਪਣੇ ਵਾਹਿਗੁਰੂ ਜੀ ਦੇ ਨਾਮ ਸਿਮਰਨ ਨੂੰ, ਸੇਵਾ ਭਾਵ ਨੂੰ ਛੱਡ ਦਿੱਤਾ ਹੈ, ਤੇ ਸਮਝ ਲਓ ਫਿਰ ਵਿਡਾਣੀ ਚਾਕਰੀ। ਵਿਡਾਣੇ ਕਹਿੰਦੇ ਨੇ ਬੇਗਾਨੇ ਕੰਮ। ਆ ਘਰ ਪਰਿਵਾਰਾਂ 'ਚ ਅਸੀਂ ਕਦੇ ਵੇਖਿਆ ਹੋਣਾ, ਜਿਹੜਾ ਬੰਦਾ ਆਪਣੇ ਘਰ ਦੇ ਕੰਮ ਨਾ ਕਰੇ। ਆਮ ਤੌਰ 'ਤੇ ਕਦੇ ਕਦੇ ਅਸੀਂ ਪਰਿਵਾਰਾਂ 'ਚ ਵੇਖੇ ਆ, ਵੱਡਿਆਂ ਨੂੰ ਡਾਂਟਦੇ ਹਾਂ, ਸਮਝਾਉਂਦੇ ਹਾਂ। ਕੁਝ ਬੱਚੇ ਇਹੋ ਜਿਹੇ ਹੁੰਦੇ ਨੇ ਜੋ ਆਪਣੇ ਮਾਪਿਆਂ ਦੇ ਦੱਸੇ ਕੰਮ ਘੱਟ ਕਰਦੇ ਨੇ, ਗੁਆਂਢੀਆਂ ਦੇ ਬਹੁਤੇ ਕਰਦੇ ਨੇ। ਉਹ ਕਿਸੇ ਦੇ ਹੱਥੀਂ ਚੜ੍ਹੇ ਹੁੰਦੇ ਨੇ, ਉਹ ਆਪਣੇ ਮਾਤਾ ਪਿਤਾ ਦੇ ਨਾਲ ਕੰਮ ਕਾਰ ਵਿੱਚ ਮਦਦ ਨਹੀਂ ਕਰ ਰਹੇ। ਉਹ ਲੋਕਾਂ ਦੇ ਕੰਮਾਂ ਵਾਸਤੇ ਇੱਧਰ ਭੱਜ ਗਏ, ਉੱਧਰ ਭੱਜ ਗਏ, ਇੱਧਰ ਚਲੇ ਗਏ, ਉੱਧਰ ਚਲੇ ਗਏ। ਉਂਝ ਬੜੇ ਲੱਗਦੇ ਐਕਟਿਵ ਨੇ, ਪਰ ਆਪਣੇ ਮਾਤਾ ਪਿਤਾ ਦਾ ਕੰਮ ਨਹੀਂ ਕਰਦੇ। ਅਤੇ ਫਿਰ ਕਲਪਨਾ ਕਰਨੋਂ ਖੱਟਣਗੇ ਕੀ? ਜਿਹੜੇ ਮਾਤਾ ਪਿਤਾ ਦੇ ਨਾਲ ਸਹਿਯੋਗ ਨਹੀਂ ਕਰਦੇ, ਇੱਧਰ ਉੱਧਰ ਭੱਜੇ ਫਿਰਦੇ ਨੇ, ਐਕਟਿਵ ਬਹੁਤ ਲੱਗਦੇ ਨੇ, ਅਲਟੀਮੇਟ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਕਿਉਂਕਿ ਸਾਨੂੰ ਜੋ ਕੁਝ ਵੀ ਮਿਲਦਾ ਹੈ ਆਪਣੇ ਮਾਂ ਬਾਪ ਤੋਂ ਹੀ ਮਿਲਦਾ ਹੈ। ਜੋ ਉਹਨਾਂ ਦੇ ਕੋਲ ਹੈ ਉਹ ਤਾਂ ਮਿਲੇਗਾ ਹੀ ਨਾ, ਔਰ ਉਹ ਸਾਨੂੰ ਹੋਰ ਵੀ ਅਗਾਂਹ ਤੁਰਨ ਦਾ, ਕਮਾਉਣ ਦਾ ਵੱਲ ਦੱਸਣਗੇ। ਅਸੀਂ ਕਈ ਵਾਰ ਜਦੋਂ ਵਿਚਾਰਵਾਨਾਂ ਦੀ ਸੰਗਤ ਕਰੀਏ, ਕਿਸੇ ਵਿਚਾਰਵਾਨ ਦੀ ਪੁਸਤਕ ਨੂੰ ਪੜ੍ਹੀਏ, ਅਤੇ ਅਗਰ ਕਿਸੇ ਕਾਰਨ ਮਾਂ ਬਾਪ ਡਾਂਟਦੇ ਨੇ, ਡਪਟਦੇ ਨੇ, ਅਤੇ ਉਹਨਾਂ ਦੀ ਕੋਈ ਦੁਸ਼ਮਣੀ ਥੋੜ੍ਹਾ ਹੈ, ਉਹ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਨੇ। ਅਤੇ ਜਿਹੜੇ ਕਿਸੇ ਕਾਰਨ ਮਾਂ ਬਾਪ ਦੇ ਥੋੜ੍ਹੀ ਜਿਹੀ ਡਾਂਟ ਨੂੰ, ਥੋੜ੍ਹੀ ਜਿਹੀ ਸਖਤੀ ਦਾ ਬੁਰਾ ਮੰਨ ਕੇ ਭੱਜ ਜਾਂਦੇ ਨੇ, ਔਰ ਕੰਮ ਤਾਂ ਕਰਦੇ ਨੇ, ਪਰ ਉਸ ਨੂੰ ਵਿਡਾਣੀ ਚਾਕਰੀ ਕਹਿੰਦੇ ਨੇ, ਬੇਗਾਨਿਆਂ ਦਾ ਕੰਮ ਕਰਨਾ, ਆਪਣਾ ਛੱਡ ਦੇਣਾ, ਬੇਗਾਨਿਆਂ ਦਾ ਕਰੀ ਜਾਣਾ। ਅਤੇ ਫਿਰ ਕਹਿਣ ਲੱਗੇ ਪ੍ਰਾਪਤੀ ਕੀ ਹੋਏਗੀ ਉਹਨੂੰ? ਬਸ ਠੀਕ ਕੁਝ ਸਮੇਂ ਦਾ ਖਾਣ ਪੀਣ, ਕੁਝ ਸਮੇਂ ਦੀ ਵਾਹ-ਵਾਹ, ਇਸ ਤੋਂ ਬਾਅਦ ਉਹਦੇ ਪੱਲੇ ਕੁਛ ਨਹੀਂ ਪੈਂਦਾ। ਇਸੇ ਨੂੰ ਵਿਡਾਣੀ ਚਾਕਰੀ ਕਹਿੰਦੇ ਨੇ, ਬੇਗਾਨਿਆਂ ਦਾ ਕੰਮ ਕਰਨਾ, ਬੇਗਾਨਿਆਂ ਦੀ ਨੌਕਰੀ ਕਰਨੀ ਮੁਫਤ ਵਿੱਚ। ਅਤੇ ਮਹਾਰਾਜ ਕਹਿਣ ਲੱਗੇ ਹੁਣ ਆਪਣਾ ਤੇ ਗੁਰੂ ਕਰਤੇ ਨੇ ਨਾ। ਅਸੀਂ ਕਹਿੰਦੇ ਹਾਂ, ਰੋਜ਼ ਕਹਿਣਾ, ਹੁਣ ਵੀ ਕਹਿਣਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅਤੇ ਆਪਣੇ ਮਾਤਾ ਪਿਤਾ ਦੇ ਦੱਸੇ ਹੋਏ ਕਾਰ ਵਿਹਾਰ ਨੂੰ ਛੱਡ ਕੇ, ਆਪਣੇ ਮਾਤਾ ਪਿਤਾ ਦੇ ਘਰ-ਬਾਰ ਨੂੰ ਛੱਡ ਕੇ ਕਿਸੇ ਹੋਰ ਦੇ ਘਰ ਜਾ ਕੇ ਕੰਮ ਕਰਨਾ ਵਿਡਾਣੀ ਚਾਕਰੀ ਹੈ। ਮਾਇਆ ਦੇ ਕੰਮ ਹੱਥੀਂ ਲੱਗ ਜਾਣਾ ਵਿਡਾਣੀ ਚਾਕਰੀ। ਅਤੇ ਨਤੀਜਾ ਕੀ ਵਿਡਾਣੀ ਚਾਕਰੀ ਦਾ? ਦੁਨੀਆ ਦੇ ਵਿੱਚ ਨਤੀਜੇ ਤਾਂ ਅਸਾਂ ਕਈਆਂ ਥਾਵਾਂ 'ਤੇ ਵੇਖੇ ਨੇ। ਮਹਾਰਾਜ ਕਹਿੰਦੇ ਕਿ ਨਤੀਜਾ ਹੈ ਤ੍ਰਿਗ ਜੀਵਨ ਤ੍ਰਿਗ ਵਾਸ। ਐਸੇ ਜੀਵਨ ਵਿਅਕਤੀ ਫਿਟਕਾਰਯੋਗ ਜੀਵਨ ਹੈ ਜੋ ਗੁਰ ਕਰਤੇ ਦਾ ਸਿਮਰਨ ਛੱਡ ਬੈਠੇ, ਗੁਰ ਕਰਤੇ ਦੀ ਸੇਵਾ ਭਾਵ ਨੂੰ ਛੱਡ ਬੈਠੇ, ਅਤੇ ਗੁਰੂ ਕਰਤੇ ਦੀ ਸੇਵਾ ਭਾਵ ਅਤੇ ਸਿਮਰਨ ਨੂੰ ਛੱਡ ਕੇ ਜੋ ਇੱਧਰ ਉੱਧਰ ਭਟਕ ਗਏ ਨੇ, ਸਮਝ ਲਓ ਉਹਨਾਂ ਦਾ ਜੀਵਨ ਫਿਟਕਾਰਯੋਗ ਹੈ। ਉਹਨਾਂ ਦਾ ਫਿਟਕਾਰਯੋਗ ਜੀਵਨ ਹੈ, ਅਤੇ ਜਿੱਥੇ ਟਿਕਦੇ ਨੇ ਉਹ ਥਾਂ ਫਿਟਕਾਰਯੋਗ ਹੈ। ਕਿਉਂਕਿ ਸਾਨੂੰ ਇਹੀ ਦੱਸਿਆ ਗਿਆ, ਇੱਕ ਪਾਸਾ ਕਰਤਾ ਪੁਰਖ ਜੀ ਦਾ ਹੈ ਅਤੇ ਦੂਜਾ ਪਾਸਾ ਆਖੇ ਮਾਇਆ ਦਾ ਹੈ। ਅਤੇ ਮਾਇਆ ਦੇ ਪਾਸੇ 'ਚ ਕੀ ਹੈ? ਸ਼ੈਤਾਨੀਅਤ ਹੈ। ਇੱਕ ਬੜਾ ਪਿਆਰਾ ਬਚਨ ਅਸੀਂ ਪਾਠ ਕਰਦਿਆਂ ਪੜ੍ਹਿਆ ਹੋਣਾ ਨਾ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜਿਹੜੇ ਆਪਣੇ ਗੁਰੂ ਤੋਂ ਬਿਨਾਂ ਇੱਧਰ ਉੱਧਰ ਭਟਕਦੇ ਨੇ, ਸਮਝ ਲਓ ਸ਼ੈਤਾਨੀਅਤ ਵਿੱਚ ਚਲੇ ਗਏ ਨੇ। ਅਤੇ ਮਹਾਰਾਜ ਕਹਿਣ ਲੱਗੇ ਫਿਰ ਜੀਵਨ ਫਿਟਕਾਰਯੋਗ ਹੋ ਜਾਂਦਾ ਹੈ। ਜੋ ਇੱਧਰ ਉੱਧਰ ਲੋਕਾਂ ਦੇ ਮਗਰ ਪੈ ਗਏ, ਰੱਬ ਦਾ ਆਸਰਾ ਛੱਡਤਾ, ਰੱਬ ਦਾ ਸਿਮਰਨ ਛੱਡਤਾ, ਅਤੇ ਸਮਝ ਲਓ ਜੀਵਨ ਫਿਟਕਾਰਯੋਗ ਹੋ ਗਿਆ। ਨਿੰਦਾ ਚੁਗਲੀ ਵਿਕਰਮ, ਫਿਰ ਉੱਥੇ ਹੀ ਕੁਝ ਮਿਲੇਗਾ ਨਾ। ਇੱਥੇ ਸੱਤ ਸੰਤੋਖ ਦਇਆ ਧਰਮ ਮਿਲੇਗਾ, ਉੱਥੇ ਨਿੰਦਾ ਚੁਗਲੀ ਵਿਕਾਰ ਮਿਲਣਗੇ, ਵਿਕਾਰਾਂ ਦੀ ਸੰਗਤ ਮਿਲੇਗੀ, ਵਿਕ੍ਰਿਤ ਲੋਕ ਮਿਲਣਗੇ, ਮਾੜੇ ਕਰਤੱਵ ਕਰਦੇ ਹੋਏ ਮਾੜੇ ਪਾਸੇ ਸਾਨੂੰ ਲੈ ਜਾਣਗੇ, ਅਤੇ ਜੀਵਨ ਫਿਟਕਾਰਯੋਗ ਹੋ ਜਾਏਗਾ। ਮਹਾਰਾਜ ਕਹਿਣਗੇ ਫਿਰ ਐਸਾ ਜੀਵਨ ਤ੍ਰਿਗ ਜੀਵਨ ਹੈ। ਅਤੇ ਐਸੇ ਵਿਅਕਤੀਆਂ ਨੂੰ ਕਿਹਾ ਨਾ, ਤ੍ਰਿਗ ਤ੍ਰਿਗ ਖਾਇਆ
ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਜਿਹਨੇ ਆਪਣੇ ਗੁਰਕਰਤੇ ਨੂੰ ਭੁਲਾ ਦਿੱਤਾ ਹੈ, ਸਮਝ ਲਓ ਉਹਦਾ ਜੀਵਨ ਫਿਟਕਾਰਯੋਗ ਹੋ ਜਾਂਦਾ ਹੈ। ਪੁੱਛਿਆ ਮਹਾਰਾਜ ਉਹ ਕੀ ਕਰਦੇ ਨੇ, ਸਾਨੂੰ ਕੁਝ ਹੋਰ ਖੁਲਾਸਾ ਕਰ ਦਿਓ। ਤੇ ਮਹਾਰਾਜ ਕਹਿੰਦੇ ਅੰਮ੍ਰਿਤ ਛੋੜ ਬਿਖ ਲੱਗੇ। ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ। ਹੁਣ ਐਸੇ ਲੋਕ ਵਾਹਿਗੁਰੂ ਜੀ ਦੇ ਨਾਮ ਨੂੰ ਤੇ ਛੱਡ ਬੈਠੇ ਨੇ। ਅਸੀਂ ਮੰਨਦੇ ਹਾਂ ਕਿ ਅੰਮ੍ਰਿਤ ਨਾਮ ਨਿਧਾਨ ਹੈ, ਸੰਪੂਰਨ ਬਾਣੀ ਵਿੱਚ ਅੰਮ੍ਰਿਤ ਹੈ। ਸੇਵਾ ਸਿਮਰਨ ਕਰਦਿਆਂ ਜੋ ਪ੍ਰਾਪਤ ਹੁੰਦਾ ਹੈ ਉਹ ਅੰਮ੍ਰਿਤ ਹੈ। ਅਸੀਂ ਤਾਂ ਕੇਵਲ ਜਾਣਦੇ ਨੇ ਕਿ ਚਲੋ ਪੰਚਾਂ ਤੋਂ ਅੰਮ੍ਰਿਤ ਛਕੀਦਾ ਹੈ, ਪਰ ਅਸਲੀਅਤ ਸੱਚ ਹੈ ਕਿ ਜਦੋਂ ਸੇਵਾ ਸਿਮਰਨ ਕਰਦਿਆਂ ਜੋ ਅੰਦਰ ਮਿਠਾਸ ਪੈਦਾ ਹੁੰਦੀ ਹੈ, ਜੋ ਅੰਦਰ ਸਰੂਰ ਪੈਦਾ ਹੁੰਦਾ ਹੈ, ਜੋ ਸਾਡੇ ਅੰਦਰ ਆਨੰਦ ਆਉਂਦਾ ਹੈ। ਸਾਰੇ ਸਿਆਣੇ ਮੰਨਦੇ ਨੇ ਕਿ ਸੇਵਾ ਕਰਕੇ ਅੰਮ੍ਰਿਤ ਮਿਲਦਾ ਹੈ, ਨਾਮ ਜਪਣ 'ਤੇ ਅੰਮ੍ਰਿਤ ਮਿਲਦਾ ਹੈ, ਕਿਉਂਕਿ ਅੰਮ੍ਰਿਤ ਦਾ ਮਤਲਬ ਹੈ ਜਿੱਥੇ ਕੁੜੱਤਣ ਮਿਟਣ ਲੱਗ ਪਏ। ਅੰਮ੍ਰਿਤ ਦਾ ਇੱਕ ਪਾਸਾ ਹੈ ਕਿ ਮਿਠਾਸ ਹੈ, ਅਤੇ ਮਿਠਾਸ ਕੇਵਲ ਕੁਝ ਘੁੱਟ ਨਹੀਂ ਕਿ ਭਰਨੇ ਕਿ ਅਸੀਂ ਚਲ ਠੀਕ ਹੈ ਮੂੰਹ ਮਿੱਠਾ ਕਰ ਲਿਆ ਪਦਾਰਥ ਪ੍ਰਸ਼ਾਦ ਅੰਮ੍ਰਿਤ ਹੈ। ਤਾਂ ਮਤਲਬ ਹੈ ਜੀਵਨ 'ਚੋਂ ਕੁੜੱਤਣ ਮਿਟ ਜਾਏ। ਜੀਵਨ 'ਚੋਂ ਕੁੜੱਤਣ ਮਿਟਦੇ ਕਿਵੇਂ ਪਤਾ ਲੱਗੇ? ਅਤੇ ਫਿਰ ਪਤਾ ਲੱਗਦਾ ਜੀ ਉਹਦੇ ਬੋਲਾਂ 'ਚੋਂ ਕੁੜੱਤਣ ਮਿਟ ਗਈ, ਉਹਦੇ ਵਿਵਹਾਰ 'ਚੋਂ ਕੁੜੱਤਣ ਮਿਟ ਗਈ। ਕਦੇ ਕਦੇ ਅਸੀਂ ਇਹ ਬੋਲ ਆਪਣੇ ਪਰਿਵਾਰਾਂ 'ਚ ਸੁਣਦੇ ਆ ਨਾ, ਦੇਖੋ ਜੀ ਸਾਡੇ ਵਿੱਚ ਕੁੜੱਤਣ ਪੈ ਗਈ। ਦੋ ਭੈਣ ਭਰਾ ਸਕੇ ਨੇ, ਪਰ ਕੁਝ ਐਸੇ ਕਰਤੱਵ ਹੋ ਗਏ ਜਿਹਦੇ ਨਾਲ ਉਹਨਾਂ ਦੇ ਜੀਵਨ ਵਿੱਚ ਕੁੜੱਤਣ ਭਰ ਜਾਂਦੀ ਹੈ। ਔਰ ਇਹ ਅਕਸਰ ਅਸੀਂ ਸੁਣਿਆ ਕਿ ਉਹ ਕੁੜੱਤਣ ਭਰ ਗਈ, ਭੈਣ ਭਰਾ ਨੂੰ ਬੋਲਦੇ ਨਹੀਂ ਕਿ ਉਹਨਾਂ ਦੇ ਸਰੀਰ 'ਚ ਕੋਈ ਕੌੜਾ ਮੂੰਹ ਕੌੜਾ ਹੋ ਗਿਆ, ਨਹੀਂ, ਉਹਨਾਂ ਦੇ ਜੀਵਨ ਵਿੱਚ ਕੁਝ ਐਸੇ ਵਿਚਾਰ ਆ ਗਏ ਨੇ, ਉਹਨਾਂ ਦੇ ਜੀਵਨ ਵਿੱਚ ਐਸੇ ਵਿਵਹਾਰ ਵਿੱਚ ਕੋਈ ਐਸੇ ਪੱਖ ਆ ਗਏ ਨੇ ਜਿਨ੍ਹਾਂ ਦੇ ਸਦਕੇ ਉਹਨਾਂ ਦੇ ਵਿੱਚ ਕੁੜੱਤਣ ਭਰ ਗਈ ਹੈ। ਹੁਣ ਉਹ ਮਿਠਾਸ ਨਹੀਂ ਰਹਿ ਗਈ। ਬੋਲਦੇ ਨੇ ਇੱਕ ਦੂਜੇ ਦੇ ਨਾਲ, ਪਰ ਜਦੋਂ ਬੋਲਦੇ ਨੇ ਕੌੜਾ ਬੋਲਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਸਿਮਰਨ ਸੇਵਾ ਆਪਣੇ ਗੁਰ ਕਰਤੇ ਦਾ ਪਾਸਾ ਛੱਡ ਦਿੰਦੇ ਨੇ, ਸਮਝ ਲਓ ਉਹਨਾਂ ਅੰਮ੍ਰਿਤ ਛੱਡ ਦਿੱਤਾ ਹੈ। ਅਤੇ ਅੰਮ੍ਰਿਤ ਛੱਡਣ ਦਾ ਮਤਲਬ ਹੈ ਉਹਨਾਂ ਨੇ ਮਿਠਾਸ ਨੂੰ ਛੱਡ ਦਿੱਤਾ ਹੈ। ਉਹਨਾਂ ਦੇ ਜੀਵਨ 'ਚੋਂ ਰਸ ਮਿਟ ਗਿਆ, ਮਿਠਾਸ ਮਿਟ ਗਈ, ਕੁੜੱਤਣ ਭਰ ਗਈ। ਜਿਨ੍ਹਾਂ ਦੇ ਜੀਵਨ ਵਿੱਚ ਕੁੜੱਤਣ ਭਰ ਜਾਂਦੀ ਹੈ ਅਤੇ ਫਿਰ ਉਹਨਾਂ ਦਾ ਜੀਵਨ ਫਿਟਕਾਰਯੋਗ ਅਤੇ ਕੌੜੇ ਦੇ ਮੂੰਹ ਕੌੜ ਲੱਗਦਾ ਹੈ। ਸ਼ਾਇਦ ਇਸੇ ਕਰਕੇ ਸਿਆਣਿਆਂ ਨੇ ਕਿਹਾ ਹੈ ਕਿ ਕੌੜੇ ਬੋਲ ਨਾ ਬੋਲੀਏ, ਮਿੱਠੇ ਬਚਨ ਬੋਲਿਆ ਕਰੀਏ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ 'ਤੇ ਪਿਆਰ ਨੇ ਇੱਥੋਂ ਤੱਕ ਕਹਿੰਦੇ ਨੇ, ਮਿੱਠਤ ਨੀਵੀ ਨਾਨਕਾ ਸਭ ਵੰਡੇ ਗੁਣ ਚੰਗਿਆਈਆਂ ਤੱਤ ਹੈ। ਸਾਰੇ ਗੁਣਾਂ ਅਤੇ ਸਾਰੇ ਚੰਗਿਆਈਆਂ ਦਾ ਸ਼੍ਰੇਸ਼ਟਤਮ ਤੱਤ ਅਗਰ ਕੱਢਿਆ ਤਾਂ ਮਿਠਾਸ ਹੈ, ਮਿੱਠੇ ਬੋਲਣੇ। ਅਤੇ ਮਹਾਰਾਜ ਕਹਿਣ ਲੱਗੇ ਅੰਮ੍ਰਿਤ ਛੋੜ ਬਿਖ ਲੱਗੇ। ਜਿਹੜੇ ਸੇਵਾ ਸਿਮਰਨ ਨੂੰ ਛੱਡ ਬੈਠੇ ਨੇ, ਸਮਝ ਲਓ ਉਹਨਾਂ ਨੇ ਅੰਮ੍ਰਿਤ ਛੱਡ ਦਿੱਤਾ, ਉਹਨਾਂ ਦੇ ਹੱਥੋਂ ਅੰਮ੍ਰਿਤ ਛੁੱਟ ਗਿਆ। ਅਤੇ ਚੇਤਾ ਰੱਖਣਾ, ਜਿਨ੍ਹਾਂ ਦੇ ਹੱਥੋਂ ਅੰਮ੍ਰਿਤ ਛੁੱਟ ਗਿਆ ਫਿਰ ਬਾਕੀ ਕੀ ਬਚਦਾ ਹੈ? ਫਿਰ ਜ਼ਹਿਰ 'ਤੇ ਬਚਦਾ ਹੈ, ਕਿਉਂਕਿ ਦੋ ਹੀ ਤਾਂ ਚੀਜ਼ਾਂ ਨੇ, ਜਾਂ ਅੰਮ੍ਰਿਤ ਹੈ ਅਤੇ ਜਾਂ ਜ਼ਹਿਰ ਹੈ। ਅੱਜ ਤੱਕ ਇਸ ਮੰਡਲ ਵਿੱਚ ਤੀਸਰੀ ਸ਼ੈ ਦਾ ਜ਼ਿਕਰ ਸਾਡੇ ਵਡੇਰਿਆਂ 'ਤੇ ਕੀਤਾ ਹੀ ਕੋਈ ਨਾ, ਕਿਉਂਕਿ ਜਾਂ ਤਾਂ ਅਸੀਂ ਅੰਮ੍ਰਿਤ ਵਾਲੇ ਪਾਸੇ ਤੁਰੇ ਜਾਵਾਂਗੇ, ਅਤੇ ਜੇ ਅੰਮ੍ਰਿਤ ਵਾਲੇ ਪਾਸੇ ਨਹੀਂ ਜਾ ਪਾਏ ਤਾਂ ਜ਼ਹਿਰੀਲੇ ਪਾਸੇ ਤੁਰ ਜਾਵਾਂਗੇ। ਦਾਰਸ਼ਨਿਕ ਲੋਕ ਇਸ ਨੂੰ ਇੰਝ ਸਮਝਾਉਂਦੇ ਨੇ, ਸਾਡਾ ਜੀਵਨ ਇੱਕ ਸਿੱਧੀ ਰੇਖਾ 'ਤੇ ਕੰਮ ਕਰਦਾ ਹੈ। ਅਸੀਂ ਜਿੱਥੇ ਕੁਝ ਖੜ੍ਹੇ ਹਾਂ, ਜੇ ਅਸੀਂ ਇੱਕ ਪਾਸੇ ਚੱਲਾਂਗੇ ਤਾਂ ਹੋ ਸਕਦਾ ਉਧਰ ਅੰਮ੍ਰਿਤ ਹੋਵੇ। ਕਿਤਨਾ ਅੱਗੇ ਚਲਾ ਜਾਵਾਂਗੇ, ਜਿਤਨਾ ਅੱਗੇ ਤੁਰੇ ਜਾਵਾਂਗੇ ਉਤਨਾ ਅੰਮ੍ਰਿਤ ਵੱਧਦਾ ਜਾਏਗਾ। ਉਹਦੀ ਮਿਠਾਸ, ਉਹਦਾ ਆਨੰਦ, ਉਹਦੀ ਗਹਿਰਾਈ ਉਨੀ ਵੱਧਦੀ ਚਲੀ ਜਾਏਗੀ। ਅਗਰ ਅਸੀਂ ਦੂਸਰੇ ਪਾਸੇ ਨੂੰ ਮੁੜ ਜਾਵਾਂਗੇ ਤਾਂ ਉਨਾ ਹੀ ਜ਼ਹਿਰ ਵਧੇਗਾ। ਹੋ ਸਕਦਾ ਆਰੰਭਕ ਦੌਰ 'ਚ ਜ਼ਹਿਰ ਦੀ ਮਿਕਦਾਰ ਇਤਨੀ ਘੱਟ ਹੋਵੇ ਕਿ ਸਾਨੂੰ ਪਤਾ ਨਾ ਲੱਗੇ, ਪਰ ਹੌਲੀ ਹੌਲੀ ਜੇ ਉਸੇ ਪਾਸੇ ਨੂੰ ਤੁਰੇ ਗਏ ਅਤੇ ਉਹ ਜ਼ਹਿਰ ਸਲੋ ਹੌਲੀ ਹੌਲੀ ਸਾਡੇ ਅੰਦਰ ਫੈਲਦਾ, ਵੱਧਦਾ 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 ਇੱਕ ਦਿਨ ਆਏਗਾ ਸਾਨੂੰ ਮਾਰ ਦੇਵੇਗਾ। ਅਤੇ ਜੇ ਅੰਮ੍ਰਿਤ ਵਾਲੇ ਪਾਸੇ ਤੁਰੇ ਗਏ ਅਤੇ ਇੱਕ ਮੁਕਾਮ ਆਏਗਾ ਜਿੱਥੋਂ ਮੌਤ ਦਾ ਗਲਬਾ ਪਿੱਛੇ ਰਹਿ ਜਾਏਗਾ, ਮੌਤ ਦਾ ਪਰਦਾ ਪਿੱਛੇ ਟੁੱਟ ਜਾਏਗਾ, ਅਸੀਂ ਅੱਗੇ ਲੰਘ ਜਾਵਾਂਗੇ।
ਅੰਮ੍ਰਿਤ ਦਾ ਮਤਲਬ ਹੀ ਹੈ ਨਾ, ਜਿੱਥੇ ਮੌਤ ਨਾ ਹੋਵੇ ਉਸ ਪਾਸੇ ਤੁਰ ਜਾਵਾਂਗੇ। ਜਿਵੇਂ ਅਸੀਂ ਸਮਝਣਾ ਹੋਵੇ ਤਾਂ ਅਸੀਂ ਕਦੇ ਸੂਰਜ ਵੱਲ ਮੁੱਖ ਕਰ ਲਈਏ ਅਤੇ ਪਰਛਾਵਾਂ ਸਾਡੇ ਪਿੱਛੇ ਹੋ ਜਾਂਦਾ, ਅਤੇ ਜੇ ਅਸੀਂ ਸੂਰਜ ਵੱਲ ਪਿੱਠ ਕਰ ਲਈਏ ਤਾਂ ਪਰਛਾਵਾਂ ਸਾਡੇ ਅੱਗੇ ਹੋ ਜਾਂਦਾ। ਬਸ ਕੰਮ ਇਹਨਾਂ ਕੁ ਹੈ ਕਿ ਅਸੀਂ ਸੂਰਜ ਵੱਲ ਮੁੱਖ ਕਰਕੇ ਚੱਲਦੇ ਹਾਂ ਜਾਂ ਸੂਰਜ ਵੱਲ ਪਿੱਠ ਕਰਕੇ ਚੱਲਦੇ ਹਾਂ। ਜੇ ਸੂਰਜ ਵੱਲ ਮੁੱਖ ਕਰਕੇ ਚੱਲਦੇ ਹਾਂ ਤਾਂ ਪਰਛਾਵਾਂ ਸਾਡੇ ਪਿੱਛੇ ਪਿੱਛੇ ਆਏਗਾ, ਸਾਡਾ ਚਿਹਰਾ ਰੌਸ਼ਨ ਹੋਵੇਗਾ। ਅਤੇ ਜੇ ਅਸੀਂ ਸੂਰਜ ਵੱਲ ਪਿੱਠ ਕਰਕੇ ਚੱਲਦੇ ਹਾਂ ਤਾਂ ਸਾਡੇ ਆਪਣੇ ਚਿਹਰੇ 'ਤੇ ਆਪਣੇ ਹੀ ਅੰਧਕਾਰ ਦਾ ਪਰਛਾਵਾਂ ਪੈ ਜਾਏਗਾ, ਸਾਡਾ ਆਪਣਾ ਚਿਹਰਾ ਰੌਸ਼ਨ ਨਹੀਂ ਹੋਏਗਾ, ਅੰਧਕਾਰ ਹੋਏਗਾ। ਅਤੇ ਕਿਸੇ ਦਾ ਨਹੀਂ ਹੈ, ਸਾਡੇ ਆਪਣੇ ਚਿਹਰੇ 'ਤੇ ਉਹ ਹਨੇਰਾ ਕਿਸੇ ਨੇ ਨਹੀਂ ਪਾਇਆ, ਉਹ ਆਪਣੇ ਹੀ ਆਕਾਰ ਦਾ ਆਪਣੇ ਹੀ ਚਿਹਰੇ 'ਤੇ ਆ ਗਿਆ ਅੰਧਕਾਰ ਹੈ। ਅਤੇ ਜੇ ਉੱਤੋਂ ਬਚਣਾ ਹੈ ਤਾਂ ਭਾਈ ਕੋ ਤਰੀਕਾ ਜੇ ਮੁੱਖ ਸੂਰਜ ਵੱਲ ਕਰ ਲਈਏ, ਬਸ ਇੰਨਾ ਕੁ ਕੰਮ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਗੁਰੂ ਕਰਤੇ ਦੀ ਸੇਵਾ ਕਰਦੇ ਨੇ ਉਹ ਗੁਰੂ ਵੱਖ ਮੁੱਖ ਹੈ, ਮੁੱਖ ਉਜਲਾ ਰਹਿੰਦਾ, ਕਿਉਂਕਿ ਗੁਰੂ ਕੇ ਨੂਰ ਦੀ ਝਲਕ ਉੱਤੇ ਪੈਂਦੀ ਰਹਿੰਦੀ ਹੈ। ਅਤੇ ਜਿਹੜੇ ਗੁਰੂ ਕਰਤੇ ਵੱਲੋਂ ਪਿੱਠ ਕਰ ਲੈਂਦੇ ਨੇ ਫਿਰ ਆਪਣੇ ਹੀ ਵਿਚਾਰਾਂ ਦੇ ਵਿੱਚ ਜੋ ਵਿਕਾਰ ਹੁੰਦਾ ਹੈ ਨਾ ਉਹ ਆਪਣੇ 'ਤੇ ਹਾਵੀ ਹੋ ਜਾਂਦਾ ਹੈ ਅਤੇ ਮਨੁੱਖ ਅੰਧਕਾਰ ਦੇ ਗਰਤ ਵਿੱਚ ਡਿੱਗ ਪੈਂਦਾ ਹੈ। ਮਹਾਰਾਜ ਕਹਿਣ ਲੱਗੇ ਇਹਨੇ ਗੁਰੂ ਵੱਲੋਂ ਮੂੰਹ ਮੋੜ ਲਿਆ ਅਤੇ ਸਮਝ ਲਓ ਵਿਕਾਰਾਂ ਦੀ ਦਲਦਲ ਚਲਾ ਗਿਆ। ਇੰਝ ਸਮਝ ਲਓ ਜਿਵੇਂ ਜ਼ਹਿਰ ਦੇ ਨਾਲ ਜੁੜ ਗਿਆ, ਅੰਮ੍ਰਿਤ ਛੋੜ ਬਿਖ ਲੱਗੇ। ਹੁਣ ਇਹ ਜੋ ਕੁਝ ਕਰੇਗਾ ਨਾ ਉਹ ਜ਼ਹਿਰ ਹੀ ਹੋਏਗਾ। ਬਿਖ ਖੱਟਣਾ, ਇਹ ਖੱਟੀ ਕਰੇਗਾ, ਕਮਾਈ ਕਰੇਗਾ, ਮਿਹਨਤ ਤਾਂ ਕਰ ਹੀ ਰਿਹਾ ਹੈ, ਪਰ ਅਗਰ ਇਹ ਮਨਮੁਖ ਹੋ ਕੇ ਮਿਹਨਤ ਕਰਦਾ ਹੈ ਤਾਂ ਇਹਦੀ ਕਮਾਈ ਜ਼ਹਿਰੀਲੀ ਹੋ ਜਾਏਗੀ। ਉਸੇ ਥਾਂ 'ਤੇ ਬੈਠਾ ਹੋਇਆ ਅਗਰ ਗੁਰਮੁਖ ਬਣ ਕੇ ਕਮਾਈ ਕਰਦਾ ਹੈ ਤਾਂ ਉਹ ਅੰਮ੍ਰਿਤਮਈ ਹੋਵੇਗੀ। ਅਸਾਂ ਕਿਰਤਾਂ ਨਹੀਂ ਬਦਲਣੀਆਂ ਕਿ ਅਸੀਂ ਆਪਣੀ ਹੱਟੀ ਬਦਲੀ ਜਾਂ ਖੇਤੀਬਾੜੀ ਬਦਲ ਦਈਏ, ਐਸਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਨਹੀਂ ਹੈ। ਅੱਜ ਤੱਕ ਜਿਤਨਾ ਕੋ ਆਪਣੇ ਵਡੇਰਿਆਂ ਦੀ ਸੰਗਤ ਵਿੱਚੋਂ ਅਸੀਂ ਸਾਖੀਆਂ, ਇਤਿਹਾਸ, ਜੋ ਕੁਝ ਵੀ ਗੁਰਮਤਿ ਦਰਸ਼ਨ 'ਚ ਪੜ੍ਹਿਆ ਹੈ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਜੋ 10 ਪਾਤਸ਼ਾਹੀਆਂ ਦਾ ਜੀਵਨ ਰਿਹਾ ਹੈ, ਉਹਦੇ ਵਿੱਚ ਅੱਜ ਤੱਕ ਮਹਾਰਾਜ ਨੇ ਕਿਸੇ ਵਿਅਕਤੀ ਨੂੰ ਇਹ ਨਹੀਂ ਕਿਹਾ ਕਿ ਤੂੰ ਭਾਈ ਸਿੱਖੀ ਧਾਰਨ ਕਰਨੀ ਹੈ ਅਤੇ ਕਿਰਤ ਬਦਲ ਲਾ, ਬਲਕਿ ਕਈਆਂ ਨੇ ਕਿਹਾ ਜੀ ਅਸੀਂ ਵਕਤ ਦੀ ਮੁਗਲ ਸਰਕਾਰ ਦੇ ਸਿਪਾਹੀ ਹਾਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜਿੱਥੇ ਵੀ ਸੀ ਕੰਮ ਕਰਦੇ ਹੋ ਇਮਾਨਦਾਰੀ ਨਾ ਕਰਿਆ ਜੇ। ਔਰ ਐਸੇ ਸਾਡੇ ਕੋਲ ਨਾਮ ਨੇ ਔਰ ਬੜੇ ਵੱਡੇ ਪੱਧਰ ਦੇ ਨਾਮ ਨੇ। ਭਾਈ ਨੰਦ ਲਾਲ ਸਾਹਿਬ ਜੀ ਦਾ ਨਾਮ ਬੜੇ ਵੱਡੇ ਪੱਧਰ ਦਾ ਹੈ ਅਤੇ ਆਪ ਨੂੰ ਪਤਾ ਹੈ ਉਹ ਔਰੰਗਜ਼ੇਬ ਦੇ ਦਰਮਿਆਨ ਵੀ ਮੁਗਲ ਸਲਤਨਤ ਦੇ ਸਲਾਹਕਾਰ ਨੇ। ਵਿੱਚ ਕੁਝ ਦੌਰ ਆਇਆ, ਔਰੰਗਜ਼ੇਬ ਤੋਂ ਨਾਰਾਜ਼ਗੀ ਹੋਈ, ਛੱਡ ਕੇ ਮਹਾਰਾਜ ਕੋਲ ਆ ਗਏ। ਅਤੇ ਆਪ ਨੂੰ ਯਾਦ ਹੋਵੇਗਾ ਕਿ ਜਦੋਂ ਮਹਾਰਾਜ ਸਤਿਗੁਰੂ ਦਸ਼ਮੇਸ਼ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਭੇਜਿਆ ਅਤੇ ਫਿਰ ਕਿੱਥੇ ਗਏ ਨੇ, ਫਿਰ ਵਾਪਸ ਉਸੇ ਮੁਗਲ ਸਲਤਨਤ ਨਾਲ ਸੰਬੰਧਿਤ ਨੇ, ਫਿਰ ਉਹਨਾਂ ਦੇ ਸਲਾਹਕਾਰ ਨੇ। ਮਹਾਰਾਜ ਜੀ ਦੀ ਅਤੇ ਬਹਾਦਰ ਸ਼ਾਹ ਜੀ ਦੀ ਮੁਲਾਕਾਤਾਂ ਦੇ ਵਿੱਚ ਜੋ ਸਾਲਸੀ ਨੇ ਉਹ ਨੰਦ ਲਾਲ ਹੀ 'ਤੇ ਨੇ। ਨੰਦ ਲਾਲ ਦਾ ਇੱਕ ਪਾਸਾ ਮਹਾਰਾਜ ਜੀ ਚਰਨ ਸ਼ਰਨ ਵਿੱਚ ਰਹਿੰਦਾ ਹੈ, ਨੰਦ ਲਾਲ ਦਾ ਕਿਰਤ ਦਾ ਪਾਸਾ ਮੁਗਲ ਦਰਬਾਰ ਵਿੱਚ ਬੈਠਾ ਰਹਿੰਦਾ ਹੈ। ਮਹਾਰਾਜ ਦੇ ਵੱਲ ਮੁੱਖ ਰਹਿੰਦਾ ਹੈ, ਕਿਰਤ ਆਪਣੀ ਮੁਗਲ ਦਰਬਾਰ 'ਚ ਬੈਠੇ ਕਰਦੇ ਨੇ, ਪਰ ਮਹਾਰਾਜ ਦੇ ਗੁਰਮੁਖ ਨੇ, ਬੜੇ ਪਿਆਰੇ ਨੇ। ਅੱਜ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੇ ਕਲਾਮ ਨੂੰ ਕੀਰਤਨ ਵਿੱਚ ਗਾਉਂਦੇ ਹਾਂ। ਦੋ ਹੀ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਬਚਨਾਂ ਨੂੰ ਗੁਰਬਾਣੀ ਦੇ ਨਾਲ ਦਰਬਾਰਾਂ ਦੇ ਵਿੱਚ ਕੀਰਤਨ ਦੇ ਰੂਪ 'ਚ ਗਾਇਨ ਦਾ ਆਗਿਆ ਹੈ। ਪਹਿਲੀ ਸ਼ਖਸੀਅਤ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਅਤੇ ਦੂਜੀ ਸ਼ਖਸੀਅਤ ਹੈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ। ਸਿਰਫ ਇਹ ਦੋ ਹੀ ਸ਼ਖਸੀਅਤਾਂ ਨੇ। ਅਤੇ ਵੇਖਿਆ ਨਾ, ਨੰਦ ਲਾਲ ਸਾਹਿਬ ਜੀ ਦਾ ਇੱਕ ਕਿਰਤ ਦਾ ਹਿੱਸਾ ਅਤੇ ਮੁਗਲ ਸਲਤਨਤ ਨਾਲ ਸੰਬੰਧਿਤ ਹੈ। ਜੇ ਮਹਾਰਾਜ ਕਿਤੇ ਛੋਟੇ ਪੱਧਰ ਦੇ ਗੱਲਾਂ ਕਰਨ ਵਾਲੇ ਹੁੰਦੇ ਤਾਂ ਕਹਿੰਦੇ ਨਾ ਨਾ ਤੂੰ ਤਾਂ ਸਾਡੇ ਨਾਲ ਸੰਬੰਧਿਤ ਹੈ, ਤੂੰ ਮੁਗਲ ਦਰਬਾਰ ਦੀ ਸਲਾਹਤ ਕਿਉਂ ਕਰਦਾ ਹੈ, ਤੂੰ ਮੁਗਲ ਦਰਬਾਰ ਵਿੱਚ ਨੌਕਰੀ ਕਿਉਂ ਕਰਦਾ ਹੈ, ਉੱਥੇ ਕਾਰ ਵਿਹਾਰ ਕਿਉਂ ਕਰਦਾ। ਐਸਾ ਨਹੀਂ ਹੈ। ਮਹਾਰਾਜ ਨੇ ਕਿਹਾ ਕਿਰਤ ਜਿੱਥੇ ਵੀ ਕਰਦੇ ਹੋ ਕਰਦੇ ਰਹੋ। ਸਮਾਂ ਦੇ ਵਿੱਚ ਅਸਾਂ ਦੇਖਿਆ ਨਾ, ਮੱਖਣ ਸ਼ਾਹ ਜੀ ਜਿਨ੍ਹਾਂ ਬਹੁਤ ਵੱਡੇ ਪੱਧਰ ਦੀ ਸਾਡੇ ਘਰ ਸੇਵਾ ਕੀਤੀ, ਸ਼ਾਇਦ ਇਹੋ ਜਿਹੀ ਸੇਵਾ ਕਿਸੇ ਹੋਰ ਦੇ ਹਿੱਸੇ ਆਈ ਕਿ ਨਹੀਂ ਆਈ, ਐਸਾ ਇਤਿਹਾਸ ਕਿਤੇ ਪ੍ਰਮਾਣ ਹੀ ਨਹੀਂ ਮਿਲਦਾ। ਜੈਸੀ ਸੇਵਾ
ਸਾਹਿਬ ਦੇ ਪਿਆਰੇ ਭਾਈ ਮੱਖਣ ਸਾਹਿਬ ਜੀ ਨੇ ਕੀਤੀ ਹੈ। ਪਰ ਪਤਾ ਉਹ ਵੀ ਔਰੰਗਜ਼ੇਬ ਦਾ ਇੱਕ ਵੱਡਾ ਠੇਕੇਦਾਰ ਹੈ। ਮਹਾਰਾਜ ਨੇ ਕਦੇ ਨਹੀਂ ਕਿਹਾ ਨਾ ਇਹੋ ਜਿਹੇ ਗੁਰਸਿੱਖਾਂ ਨੂੰ, ਭਾਈ ਤੁਸੀਂ ਇਹੋ ਜਿਹੇ ਬਾਦਸ਼ਾਹਾਂ ਦੀ ਠੇਕੇਦਾਰੀ ਕਿਉਂ ਕਰਦੇ ਹੋ। ਨਹੀਂ, ਜਿੱਥੇ ਵੀ ਕਿਰਤ ਕਰਦੇ ਹੋ ਕਰੋ। ਕਿਰਤ ਕਰਨਾ ਮਾੜਾ ਨਹੀਂ ਹੈ, ਪਰ ਚੇਤਾ ਰੱਖਣਾ ਗੁਰਮੁਖ ਹੋ ਕੇ ਕਰਨਾ। ਜਦੋਂ ਸਿੱਖ ਮੰਡਲ ਦਾ ਅਤਿਅੰਤ ਕਠਿਨ ਦੌਰ ਸੀ, ਆਪ ਨੂੰ ਪਤਾ ਹੋਵੇਗਾ, ਜਦੋਂ ਬੇਅੰਤ ਸ਼ਹੀਦੀਆਂ ਹੋ ਰਹੀਆਂ ਸਨ, ਉਹਨਾਂ ਸ਼ਹੀਦੀਆਂ ਦੇ ਦਰਮਿਆਨ ਵੀ ਭਾਈ ਸੁਬੇਗ ਸਿੰਘ ਜੀ ਲਾਹੌਰ ਦਰਬਾਰ ਦੇ ਇੱਕ ਸਰਬਰਾਹ ਨੇ, ਇੱਕ ਵੱਡੇ ਅਹੁਦੇਦਾਰ ਨੇ। ਜਦ ਕਿ ਸਾਰਾ ਦਲ ਖਾਲਸਾ, ਸਾਰੇ ਖਾਲਸੇ 'ਤੇ ਮਾਰੋ ਮਾਰ ਮੱਚੀਏ, ਸਿਰਾਂ ਦੇ ਮੁੱਲ ਪੈ ਰਹੇ ਨੇ, ਉਸ ਵਕਤ ਵੀ ਸੁਬੇਗ ਸਿੰਘ ਦੀ ਜੋ ਕਿਰਤ ਹੈ ਉਹ ਲਾਹੌਰ ਦਰਬਾਰ ਨਾਲ ਸੰਬੰਧਿਤ ਹੈ। ਬੇਸ਼ੱਕ ਬਾਅਦ 'ਚ ਉਸੇ ਲਾਹੌਰ ਦਰਬਾਰ 'ਚ ਸ਼ਹਾਦਤ ਵੀ ਉਹਨਾਂ ਦੀ ਹੁੰਦੀ ਹੈ, ਪਰ ਇਹ ਗੱਲ ਸਾਨੂੰ ਸਮਝ ਲਈਏ, ਕਿਰਤ ਅਸੀਂ ਕਿੱਥੇ ਵੀ ਬੈਠ ਕੇ ਕਰਦੇ ਹਾਂ, ਉਹ ਸਾਡਾ ਕਿਰਤ ਹੈ, ਪਰ ਅਗਲਾ ਪਾਸਾ ਸਾਡਾ ਕਿ ਗੁਰਮੁਖਤਾ ਹੈ ਜਾਂ ਮਨਮੁਖਤਾ ਹੈ। ਉਹ ਹੈ ਜੋ ਨਾਮ ਜਪਣਾ। ਜੇ ਗੁਰਮੁਖਤਾ ਹੈ ਤੇ ਨਾਮ ਜਪੋਗੇ, ਫਿਰ ਜਿੱਥੇ ਵੀ ਬੈਠੋਗੇ ਉੱਥੇ ਵਾਹਿਗੁਰੂ ਵਾਹਿਗੁਰੂ ਜਪੋਗੇ। ਫਿਰ ਉਹ ਭਾਈ ਸੁਬੇਗ ਸਿੰਘ ਜੀ ਲਾਹੌਰ ਦੇ ਕੁਝ ਸਮੇਂ ਲਈ ਕੋਤਵਾਲ ਵੀ ਨੇ, ਜੋ ਸਿੱਖਾਂ ਵਾਸਤੇ ਔਖੇ ਦੌਰਾਂ ਦੇ ਵਿੱਚੋਂ ਵੀ ਨੇ, ਪਰ ਸਿਮਰਨ ਭਜਨ ਬੰਦਗੀ ਮੁਕੰਮਲ ਹੈ। ਇੰਨੀ ਸਿਮਰਨ ਭਜਨ ਬੰਦਗੀ 'ਚ ਉੱਚੇ ਨੇ ਕਿ ਸਾਰਾ ਦਲ ਖਾਲਸਾ ਉਹਨਾਂ ਦਾ ਇੱਕ ਵਿਰੋਧੀ ਸਰਕਾਰ ਦੇ ਵੱਡੇ ਅਫਸਰ ਹੋਣ ਦੇ ਬਾਵਜੂਦ ਮਾਣ ਸਨਮਾਨ ਵੀ ਕਰਦਾ ਹੈ। ਜਿਸ ਦਰਮਿਆਨ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਉਸ ਵਕਤ ਇਹੀ ਭਾਈ ਸੁਬੇਗ ਸਿੰਘ ਹੀ ਨੇ ਨਾ, ਜੋ ਜ਼ਕਰੀਆ ਖਾਨ ਦੀ ਮੌਤ ਦੇ ਵਿੱਚ ਸਾਲਸੀ ਬਣਦੇ ਨੇ ਵੀ ਭਾਈ ਸਾਹਿਬ ਜੀ ਦੇ ਜੋੜਾ ਲੈ ਕੇ ਆਉਣਾ, ਭਾਈ ਸਾਹਿਬ ਦੇ ਬਚਨ ਦੀ ਗੱਲ ਖਾਲਸੇ ਤੱਕ ਲੈ ਕੇ ਜਾਣਾ, ਖਾਲਸੇ ਦਾ ਗੁਰਮਤਾ ਲੈ ਕੇ ਜਾਣਾ, ਇੱਕ ਵੱਖਰਾ ਹੀ ਕੰਮ ਲੱਗਦਾ ਨਾ। ਪਰ ਇੱਕ ਹੈ ਕਿ ਗੁਰਮੁਖ ਹੈ, ਕਿਰਤ ਕਿਤੇ ਹੋਰ ਹੈ। ਕਿਰਤ ਲੱਗਦਾ ਸਾਨੂੰ ਵਿਰੋਧੀ ਮੰਡਲ ਵਿੱਚ, ਪਰ ਉਹ ਗੁਰਮੁਖ ਹੈ ਔਰ ਸ਼ਹੀਦ ਦਾ ਰੁਤਬਾ ਪ੍ਰਾਪਤ ਕਰਦੇ ਨੇ। ਔਰ ਦੂਜੇ ਪਾਸੇ ਕੁਝ ਐਸੇ ਨਾਂ ਵੀ ਅਸੀਂ ਲੈ ਸਕਦੇ ਹਾਂ ਜਿਹੜੇ ਸਾਡੇ ਘਰ ਦੇ ਵਿੱਚ ਬੈਠੇ ਹੁੰਦੇ ਨੇ, ਇੱਥੇ ਹੀ ਪ੍ਰਸ਼ਾਦ ਪਾਣੀ ਛਕਦੇ ਨੇ, ਪਰ ਇੱਥੇ ਪ੍ਰਸ਼ਾਦ ਪਾਣੀ ਛਕ ਕੇ ਵੀ ਉਹ ਅੰਮ੍ਰਿਤ ਨਹੀਂ ਪ੍ਰਾਪਤ ਕਰ ਸਕੇ। ਇੱਥੋਂ ਦਾ ਬਾਕੀ ਸਭ ਕੁਝ ਰੋਜ਼ ਛਕਦੇ ਨੇ, ਪਰ ਇੱਥੇ ਵਰਤਾ ਅੰਮ੍ਰਿਤ ਨਹੀਂ ਛਕ ਪਾਏ। ਇੱਥੇ ਵਰਦਾ ਗੁਰਬਾਣੀ ਕਾ ਮਿਠਾਸ ਮਈ ਅੰਮ੍ਰਿਤ ਉਹ ਨਹੀਂ ਪ੍ਰਾਪਤ ਕਰ ਪਾਏ। ਐਸੇ ਬੜੇ ਨਾਮ ਨੇ। ਅਤੇ ਫਿਰ ਉਹਨਾਂ ਖੱਟਿਆ ਕਿ ਉਹਨਾਂ ਜੋ ਖੱਟਿਆ ਜ਼ਹਿਰ ਖੱਟਿਆ। ਆਨੰਦ ਚੰਦ ਦਾ ਨਾਮ ਪਾਤਸ਼ਾਹ ਦਸ਼ਮੇਸ਼ 'ਚ ਹਜ਼ੂਰੀਆਂ 'ਚ ਆਉਂਦਾ ਨਾ, ਬੜੇ ਨਿਕਟਵਰਤੀ ਨੇ, ਮਹਾਰਾਜ ਦੇ ਦੀਵਾਨ ਨੇ, ਪਰ ਮਨ ਦੇ ਅੰਦਰ ਮੈਂ ਤੇ ਲਾਲਚ ਨੇ ਉਹਨਾਂ ਦੀ ਖੱਟੀ ਕਮਾਈ ਨੂੰ ਉਲਟੇ ਪਾਸੇ ਲਿਜਾ ਦਿੱਤਾ ਹੈ। ਇੱਥੇ ਹੀ ਖਾਂਦੇ ਪੀਂਦੇ ਰਹਿੰਦੇ ਧੀਰਮਲ ਨੇ, ਇੱਥੇ ਹੀ ਖਾਂਦੇ ਪੀਂਦੇ ਰਹਿੰਦੇ ਰਾਮ ਰਾਏ ਨੇ। ਇਸੇ ਗੁਰੂ ਘਰ ਦਾ ਖਾਣਾ ਪੀਣਾ ਪਦਾਰਥ ਪ੍ਰਿਥੀ ਚੰਦ ਜੀ ਦੇ ਕੋਲ ਹੈ, ਪਰ ਇਹਨਾਂ ਦੀ ਕਮਾਈ ਕੀ ਅੰਮ੍ਰਿਤਮਈ ਹੈ। ਕਿ ਅਸੀਂ ਅੱਜ ਤੱਕ ਕਹਿ ਪਾਏ ਹਾਂ ਕਿ ਪ੍ਰਿਥੀ ਚੰਦ ਨੇ ਅੰਮ੍ਰਿਤ ਕਮਾਇਆ? ਕਿਸੇ ਕਹਿ ਪਾਇਆ ਕਿ ਧੀਰਮਲ ਨੇ ਅੰਮ੍ਰਿਤ ਕਮਾਇਆ? ਕਿ ਕਹਿ ਪਾਵਾਂਗੇ ਕਿ ਰਾਮ ਰਾਏ ਨੇ ਅੰਮ੍ਰਿਤ ਦੀ ਪ੍ਰਾਪਤੀ ਕੀਤੀ ਹੈ? ਜਦ ਕਿ ਸਤਿਗੁਰ ਦੇ ਬਚਨਾਂ ਦੇ ਸਦਕੇ ਉਹਨਾਂ ਦੇ ਬੋਲਾਂ ਦੇ ਵਿੱਚ ਤਾਕਤ ਹੈ। ਉਹ ਦਿਨੇ 2 ਸੂਰਜ ਦਿਖਾ ਸਕਦੇ ਨੇ, ਰਾਤ ਨੂੰ 2 ਚੰਦ ਦਿਖਾ ਸਕਦੇ ਨੇ, ਪਾਣੀ 'ਤੇ ਤੁਰ ਸਕਦੇ ਨੇ, ਖੂਹ ਦੇ ਉੱਤੇ ਚਾਦਰ ਪਾ ਕੇ ਬੈਠ ਸਕਦੇ ਨੇ, ਹਵਾ 'ਚ ਉੱਡ ਸਕਦੇ ਨੇ। ਬੜੀਆਂ ਤਾਕਤਾਂ ਨੇ ਉਹਨਾਂ ਦੇ ਕੋਲ। ਬਿਨਾਂ ਕਹਾਰਾਂ ਤੋਂ ਉਹਨਾਂ ਦੀ ਪਾਲਕੀ ਚੱਲਦੀ ਹੈ, ਪਰ ਇੰਨਾ ਕੁਛ ਹੋ ਕੇ ਵੀ ਖੱਟਿਆ ਬਿਖ ਹੀ। ਉਹਨਾਂ ਦੀ ਕਮਾਈ ਅੰਮ੍ਰਿਤਮਈ ਨਹੀਂ ਹੋ ਸਕੀ, ਕਿਉਂਕਿ ਉਹ ਗੁਰੂ ਤੋਂ ਬੇਮੁਖ ਹੋ ਗਏ ਨੇ। ਸਾਨੂੰ ਅਸੀਂ ਤਾਂ ਕਿਸੇ ਖੇਤ ਦੀ ਮੂਲੀ ਨਹੀਂ, ਅਸੀਂ ਤਾਂ ਕੁਛ ਵੀ ਨਹੀਂ। ਇਹਨੇ ਵੱਡੇ ਵੱਡੇ ਨਾਮ ਜੋ ਗੁਰੂ ਕੇ ਪੁੱਤਰ ਨੇ, ਸਾਹਿਬਜ਼ਾਦੇ ਦੇ ਮਾਣ ਵਿੱਚ ਨੇ, ਜੇ ਉਹ ਵੀ ਇੱਧਰੋਂ ਬੇਮੁਖ ਹੋ ਗਏ ਨੇ ਅਤੇ ਕਮਾਈ ਜ਼ਹਿਰੀਲੀ ਹੋ ਗਈ ਹੈ, ਅਤੇ ਸਾਡੀ ਫਿਰ ਵਿਸਾਤ ਕੀ ਹੋਏਗੀ? ਅਸੀਂ ਜਿੱਥੇ ਵੀ ਹੋਈਏ ਯਤਨ ਕਰੀਏ, ਬਸ ਗੁਰੂ ਗੁਰੂ ਜਪੀਏ। ਜੈਸੇ ਵੀ ਹਾਂ, ਜਿਸ ਵੀ ਹਾਲਤ ਵਿੱਚ ਹਾਂ। ਇੱਥੇ ਇਹ ਕੋਈ ਦਾਵਾ ਮਹਾਰਾਜ ਨੇ ਥੋੜ੍ਹਾ ਕਰਵਾਇਆ ਕਿ ਨਹੀਂ ਤੂੰ ਇੰਨੇ ਜਾਪ ਕਰ, ਐਸਾ ਮਹਾਰਾਜ ਨੇ ਕਦੇ ਗੁਰਬਾਣੀ 'ਚ ਨਹੀਂ ਕਰਵਾਇਆ। ਬਸ ਮਹਾਰਾਜ ਕਹਿੰਦੇ ਜਿੱਥੇ ਬੈਠੇ ਹੋ ਗੁਰੂ ਗੁਰੂ ਕਰਦੇ ਰਿਹਾ ਕਰੋ, ਗੁਰੂ ਦਾ ਸ਼ੁਕਰਾਨਾ ਕਰਦੇ ਰਿਹਾ ਕਰੋ, ਆਪਣਾ ਮਨ ਆਪਣੇ ਗੁਰੂ ਵੱਲ ਸਨਮੁਖ ਰੱਖੋ। ਭਾਈ ਮਹਾਰਾਜ ਅਸੀਂ ਇੱਦਾਂ ਦੇ ਹਾਂ, ਆਪਦੇ ਹਾਂ ਪਰ ਬੁਰੇ ਭਲੇ ਹਮ ਥਾਰੇ। हे ਸੱਚੇ ਪਾਤਸ਼ਾਹ ਅਸੀਂ ਜੈਸੇ ਆਪ ਜੀ ਦੇ ਹਾਂ, ਸਾਨੂੰ ਆਪ ਜੀ ਦਾ ਹੀ ਓਟ ਤੇ ਅਸਰ। ਠਾਕੁਰ ਜੀਓ ਤੁਹਾਰੋ ਭਰਨਾ।
महाराज असीं आप दे आसरे ते आ, ते जिहड़े महाराज दे आसरे ते ने फिर जो भी कमावणगे वो अंम੍ਰਿਤ होएगा। ते जिन्हां ने महाराज जी दा नाम छड्ड दिता है फिर उन्हां दी गल कहंदे वो जो भी कमावणगे वो ਜ਼ਹਿਰ होएगा। भावें वो लखां कमावण, भावें वड्डे वड्डे किन्ने कर्म कमावण, पूजा पाठ जाप तप जो मर्जी कमाई जाण, अगर उन्हां दा मन गुरु वाल नहीं है, मन करके मनमुख ने, तो फिर बिख खटिया है। ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖੱਟਣਾ ਫਿਰ ਉਹਨਾਂ ਦੀ ਕਮਾਇਆ ਹੋਇਆ ਪਦਾਰਥ ਬਿਖ ਹੀ ਹੈ, ਜ਼ਹਿਰੀਲਾ ਹੀ ਹੈ। ਅਤੇ ਪਦਾਰਥਾਂ ਤੋਂ ਜਮ੍ਹਾਂ ਕੀ ਹੁੰਦਾ ਹੈ ਜੀ? ਆਹ ਜਿਤਨੇ ਅਸੀਂ ਕਿਰਤ ਕਮਾਈਆਂ ਕਰਦੇ ਹੋ, ਜਦੋਂ ਕੋਈ ਬਾਜ਼ਾਰ 'ਚ ਬੈਠਾ ਕਿਸੇ ਵਿਅਕਤੀ ਨੂੰ ਬੈਠ ਕੇ ਕਮਾਈ ਕਰਦਾ, ਹਾਂਜੀ ਕਮਾਈ ਕਰਦਾ, ਅਤੇ ਜਮ੍ਹਾਂ ਕੀ ਕਰਿਓ? ਕੁਝ ਰਾਸ ਪੂੰਜੀ ਜਮ੍ਹਾਂ ਕਰ ਦੇਣ। ਹਰ ਜੀ ਆਪਣਾ ਕੁਛ ਨਾ ਕੁਛ ਰਾਸ ਪੂੰਜੀ ਬਣਾ ਕੇ ਬੈਠਾ ਹੈ ਨਾ, ਉਹ ਥੋੜ੍ਹੀ ਹੈ ਜੇ ਬਹੁਤੀ ਹੈ। ਜਦੋਂ ਕਮਾਈ ਅੰਮ੍ਰਿਤਮਈ ਹੋਵੇਗੀ ਤਾਂ ਸਾਡੀ ਉਹ ਰਾਸ ਪੂੰਜੀ ਵੀ ਅੰਮ੍ਰਿਤਮਈ ਹੋਵੇਗੀ, ਅਤੇ ਜੇ ਕਮਾਈ ਜ਼ਹਿਰੀਲੀ ਹੈ ਤਾਂ ਰਾਸ ਪੂੰਜੀ ਵੀ ਜ਼ਹਿਰੀਲੀ ਹੋਵੇਗੀ। ਅਤੇ ਰਾਸ ਪੂੰਜੀ ਅਸੀਂ ਕਹਿੰਦੇ ਹੁੰਦੇ ਹਾਂ ਕਿ ਭਾਈ ਆ ਕਿਸੇ ਨੇ ਕਿਤਨਾ ਕਮਾਇਆ, ਇਹਦੀ ਰਾਸ ਕਿਤਨੀ ਹੈ, ਇਹਦੇ ਕੋਲ ਪੂੰਜੀ ਕਿਤਨੀ ਹੈ। ਉਹ ਪੂੰਜੀ ਜਿਹੜੀ ਸਾਡੀ ਹੋਣੀ ਹੈ ਉਹ ਵੀ ਜ਼ਹਿਰੀਲੀ ਹੋ ਜਾਣੀ ਆ, ਕਿਉਂਕਿ ਅਸੀਂ ਪੂੰਜੀ ਨਾਲ ਲੈ ਕੇ ਜਾਣਾ, ਕਮਾਈ ਲੈ ਕੇ ਜਾਣਾ। ਸਾਨੂੰ ਪੁੱਛਿਆ ਜਾਣਾ ਕਿਆ ਤੈਂ ਖੱਟਿਆ, ਕਹਾਂ ਗਵਾਇਆ। ਜੋ ਅਸੀਂ ਖੱਟਿਆ ਕਮਾਇਆ ਹੋਣਾ ਉਹ ਸਾਡਾ ਜ਼ਹਿਰੀਲਾ ਹੋ ਜਾਣਾ। ਮਹਾਰਾਜ ਕਹਿਣ ਲੱਗੇ ਬਿਖ ਖੱਟਣਾ ਬਿਖ ਰਾਸ, ਅਤੇ ਜੋ ਰਾਸ ਪੂੰਜੀ ਹੈ ਉਸ ਨੂੰ ਅਸੀਂ ਵਰਤਣਾ ਹੁੰਦਾ। ਉਹ ਜੋ ਵਰਤਣਾ ਕੀ ਹੈ? ਉਹ 'ਚੋਂ ਖਾਣਾ ਪੀਣਾ ਹੁੰਦਾ। ਕਹਿੰਦਾ ਫਿਰ ਬਿਖ ਖਾਣਾ, ਫਿਰ ਜੋ ਖਾਂਦਾ ਜ਼ਹਿਰ ਖਾਂਦਾ, ਕਿਉਂਕਿ ਜੋ ਕਮਾਈ ਕਰਦਾ ਹੈ ਉਹਦੇ ਤੋਂ ਹੀ ਖਾਏਗਾ ਨਾ। ਅਸੀਂ ਤੁਸੀਂ ਜੋ ਕੁਝ ਵੀ ਘਰ ਬੈਠੇ ਖਾ ਪੀ ਰਹੇ ਪਦਾਰਥ ਆਪਣੀ ਕਮਾਈ ਤੋਂ ਹੀ ਖਾ ਰਹੇ ਹਾਂ ਨਾ। ਫਿਰ ਜੇ ਤੇ ਕਮਾਈ ਚੰਗੀ ਹੈ, ਸਿਮਰਨ ਭਜਨ ਸਦਕੇ ਹੈ, ਤੇ ਭਾਈ ਫਿਰ ਤੇ ਅੰਮ੍ਰਿਤ ਹੈ। ਤੇ ਜੇ ਭਾਈ ਕਮਾਈ ਸਿਮਰਨ ਭਜਨ ਤੋਂ ਬਿਨਾਂ ਟੁੱਟੀ ਹੈ, ਈਰਖਾ ਨਿੰਦਾ ਵਾਲੀ ਹੈ, ਮਨਮੁਖਤਾ ਵਾਲੀ ਹੈ, ਤੇ ਫਿਰ ਅਸੀਂ ਆਪ ਵੀ ਜ਼ਹਿਰ ਖਾ ਰਹੇ ਹਾਂ ਅਤੇ ਆਪਣੇ ਪਰਿਵਾਰ ਨੂੰ ਵੀ ਜ਼ਹਿਰ ਖਵਾ ਰਹੇ ਹਾਂ। ਅਤੇ ਨਤੀਜਨ ਆਪ ਵੀ ਬਿਮਾਰ ਹੋਵਾਂਗੇ ਅਤੇ ਪਰਿਵਾਰ ਵੀ ਬਿਮਾਰ ਹੋਵੇਗਾ। ਫਿਰ ਕੇਵਲ ਸਰੀਰਕ ਬਿਮਾਰੀਆਂ ਦਾ ਘਰ ਹੀ ਨਹੀਂ, ਬਲਕਿ ਮਾਨਸਿਕ ਰੋਗਾਂ ਦਾ ਅਤੇ ਵਿਕਾਰਾਂ ਦੇ ਕਲੇਸ਼ਾਂ ਨਾਲ ਘਰੇ ਭਰੇ ਘਰ ਹੁੰਦੇ ਨੇ। ਅੱਜ ਗਾਹੇ ਬਗਾਏ ਸਾਡੇ 'ਤੇ ਵਿਕਾਰਾਂ ਦੇ ਕਲੇਸ਼ ਨੇ, ਸਾਡੇ ਘਰਾਂ ਵਿੱਚ ਕਈ ਪ੍ਰਕਾਰ ਦੇ ਕਲੇਸ਼ ਨੇ। ਜੇ ਸੱਚ ਸਮਝ ਸਕੀ ਤਾਂ ਇਹ ਹੈ ਕਿ ਕਿਤੇ ਨਾ ਕਿਤੇ ਸਾਡੀ ਕਮਾਈ 'ਚ ਕੋਈ ਖੋਟ ਹੈ। ਉਹ ਅੰਮ੍ਰਿਤਮਈ ਅਸੀਂ ਨਹੀਂ ਕਰ ਪਾਏ ਜਿਹਦੇ ਵਿੱਚੋਂ ਸਭ ਕੁਝ ਸ਼ੁੱਧ ਹੋ ਜਾਂਦਾ। ਕਿਤੇ ਨਾ ਕਿਤੇ ਕੁਝ ਖੋਟ ਰਹਿ ਗਿਆ, ਕਿਤੇ ਕੋਈ ਕਮੀ ਰਹਿ ਗਈ, ਜੋ ਅਸੀਂ ਅੰਮ੍ਰਿਤ ਨਹੀਂ ਸੰਚਨ ਕਰ ਪਾਏ, ਅੰਮ੍ਰਿਤ ਦੀ ਰਾਸ ਪੂੰਜੀ ਨਹੀਂ ਕਰ ਪਾਏ। ਨਤੀਜਨ ਸਾਡੇ ਪਰਿਵਾਰ ਦੇ ਸਰੀਰ ਮੰਡਲ ਤੋਂ, ਸਾਡੇ ਅਤੇ ਸਾਡੇ ਪਰਿਵਾਰ ਦੇ ਸੋਚ ਮੰਡਲ 'ਚੋਂ, ਅਤੇ ਸਾਡੇ ਅਤੇ ਸਾਡੇ ਪਰਿਵਾਰ ਦੇ ਕਿਰਦਾਰ ਮੰਡਲ ਵਿੱਚ ਕਿਤੇ ਨਾ ਕਿਤੇ ਜ਼ਹਿਰੀਲੇ ਪੱਖ ਨੇ। ਉੱਥੇ ਕਲੇਸ਼ ਨੇ, ਉੱਥੇ ਟਕਰਾਓ, ਇੱਥੇ ਝਗੜੇ ਨੇ, ਉੱਥੇ ਆਪਸੀ ਮਨ ਮੁਟਾਵ ਹੈ। ਇਹ ਸਾਰਾ ਸਾਡੀ ਜ਼ਹਿਰੀਲੀ ਕਮਾਈ ਦੇ ਸਦਕੇ ਹੈ। ਬਹੁਤ ਪੁਰਾਣਾ ਇੱਕ ਨਿਯਮ ਹੈ, ਜੈਸਾ ਅੰਨ ਵੈਸਾ ਮਨ। ਅੰਨ ਦਾ ਮਤਲਬ ਇਹ ਨਹੀਂ ਕਿਸੇ 4 ਦਾਣੇ ਕਣਕ ਦੇ ਪਿਸਾ ਕੇ ਖਾ ਲਿਆ ਕਿ ਜੇ ਕਣਕ ਸਾਫ਼ ਸੁਥਰੀ ਧੋ ਲਈਏ, ਨਹੀਂ ਨਹੀਂ। ਕੀਮਤ ਇਹ ਹੈ ਕਿ ਜੋ ਅਸੀਂ ਰਾਸ਼ਨ ਸਾਜੋ ਸਮਾਨ ਖਰੀਦਦੇ ਹਾਂ, ਜੋ ਕਮਾਈ ਅਸੀਂ ਕੀਤੀ, ਉਹ ਸਾਡੀ ਨੀਅਤ ਕੈਸੀ ਸੀ। ਰੁਪਈਆਂ ਵਿੱਚ ਕੋਈ ਖੋਟ ਨਹੀਂ ਹੁੰਦਾ, ਅਤੇ ਵਿਚਾਰਾ ਕਦੇ ਕਦੇ ਜਾਲੀ ਅਤੇ ਖੋਟਾ ਸਿੱਕਾ ਹੁੰਦਾ ਹੈ, ਪਰ ਕਮਾਈ ਖੋਟੀ ਅਕਸਰ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਫਿਰ ਉਸ ਖੋਟੀ ਕਮਾਈ ਤੋਂ ਬਿਖ ਖਾਣਾ, ਸਾਡੀ ਖੁਰਾਕ ਜ਼ਹਿਰੀਲੀ ਹੋਗੀ, ਅਤੇ ਜੇ ਖੁਰਾਕ ਜ਼ਹਿਰੀਲੀ ਹੋਏਗੀ ਤਾਂ ਬਿਮਾਰੀ ਆਪੇ, ਮੌਤ ਆਪੇ ਆ ਜਾਏ। ਕਿਉਂਕਿ ਬੜਾ ਪਿਆਰਾ ਬਚਨ ਹੈ, ਮੋਹਰਾ ਹੋਵੇ ਹੱਥ ਮਰੀਆ ਚੱਖੀਏ। ਹੁਣ ਕਿਸੇ ਦੇ ਹੱਥ ਵਿੱਚ ਮੋਹਰਾ ਹੈ, ਜ਼ਹਿਰ ਹੈ, ਉਹਨੂੰ ਨਹੀਂ ਪਤਾ, ਉਹਨੇ ਖਾ ਲਿਆ ਅਤੇ ਯਕੀਨਨ ਮਰੇਗਾ। ਐਸਾ ਹੈ ਹੀ ਨਹੀਂ ਕਿ ਜ਼ਹਿਰ ਖਾ ਕੇ ਕੋਈ ਬਚਿਆ ਹੋਵੇ। ਅਤੇ ਜੇ ਕਿਸੇ ਹੱਥ ਅੰਮ੍ਰਿਤ ਹੋਵੇ ਅਤੇ ਖਾ ਲਵੇ ਤਾਂ ਮਿਠਾਸ ਹੈ। ਇਵੇਂ ਹੀ ਜ਼ਹਿਰੀਲੀ ਕਮਾਈ ਕਰਕੇ, ਮਾਇਆਵੀ ਕਮਾਈ ਕਰਕੇ ਮਤ ਖਿਆਲ ਕਰੀਏ ਕਿ ਸਾਡੇ ਪਰਿਵਾਰਾਂ 'ਚ ਏਕਤਾ ਹੋ ਜਾਏਗੀ, ਸਾਡੇ ਪਰਿਵਾਰਾਂ 'ਚ ਬੜਾ ਰਸ ਹੋਏਗਾ। ਨਹੀਂ, ਐਸਾ ਨਹੀਂ ਹੋਵੇਗਾ। ਜੇ ਸਾਡੀ ਕਮਾਈ 'ਚ ਖੋਟ ਹੈ, ਬੇਈਮਾਨੀ ਹੈ, ਮਨਮੁਖਤਾ ਹੈ, ਤਾਂ ਇੱਥੇ ਕਲੇਸ਼ ਹੋਏਗਾ। ਸਾਡੇ ਧੀਆਂ ਪੁੱਤਰ ਆਪਸ ਵਿੱਚ ਝਗੜਨਗੇ, ਸਾਡੇ ਧੀਆਂ ਪੁੱਤਰ ਆਪਸ 'ਚ ਮਨ ਮੁਟਾਵ ਰੱਖਣਗੇ। ਔਰ ਵੱਡੇ ਵੱਡੇ ਢਾਂਚਿਆਂ ਨੂੰ ਦੇਖਿਆ, ਬੜੇ ਵੱਡੇ ਬਿਜ਼ਨਸ ਅੰਪਾਇਰ ਬਣੇ, ਜਿੱਥੋਂ ਕਮਾਈ ਬੇਈਮਾਨੀ ਦੀ ਆ ਗਈ,
नतीजन भैन भरावां 'च खोट पै गए और वड्डे वड्डे बिजनेस ते घराने डुੱਬਦੇ देखीदे ने। कारण की सी? कमाई जहरीली हो गई। नाम गुरु दा वरतिया, काम होर कुछ कर ले। महाराज कहने लगे बिख खाना, बिख पहनना, पहनने का मतलब केवल तन ते पाया होया केवल कपड़ा ही नहीं है, जिस दे नाल असीं अपना पर्दा ढकदे आ। क्योंकि कार विहार किरदार साडी इज्जत ढकदा है, वस्त्र साडी इज्जत नहीं जे ढकदा। साडा किरदार ही साडी इज्जत बनांदा है ते साडा किरदार ही साडी इज्जत डेगदा है। प्राचीन गाथावां दे विच उसे कदे कदे मिथिहास कहने आ। एक बड़ी बेहतरीन गाथा इस नुकते दी है। एक बार परीक्षित राजा, वक्त दा राजकुमार सी, अर्जुन का पोतरा है, अपनी सुंदरता ते राज पद्धर दा माण भी है। किसी किनारे तो घाट तो लंघिया, उत्थे कुछ बीबियां इशनान करदियां पे सन। इहदे लाओ लश्कर लाम लश्कर दा रौला पै गया। वो सब किनारे हट गए, उन्हें घाट ते पड़दा ताण दिता। ठीक है, लंघ गया भी, चलो पड़दा ताणे गया, बीबियां इशनान करदी लंघ गया। कुछ समय बाद उत्थों एक ऋषि लंघिया, बीबिया ने कोई पड़दा नहीं किया। ऋषि आया, चुपचाप निकल गया। इनू किसी खबर की चुगलीखोर ने भी राजकुमार जी तुसी लंघे तो इन्होंने लोगों पड़दे किए, आओ देखो साधु ऋषि लंघिया है, इन्हें कोई पड़दा नहीं किया। जदों बीबियों का जथा इशनान करके वापस मुड़ रहा सी, इन्हें रस्ता रोक लिया। रस्ता रोक के कहने लगा मैनूं बाकी नहीं, सिर्फ सवाल का जवाब दे दिओ, मैं उस रस्ते तो लंघिया तो तुसी पड़दे कीते, और ऋषि लंघे है तो तुसां पड़दा नहीं कीता। जो उन्हां दी मोहरी मुखी सियाणी बीबी सी, कहण लगी राजन तुहानूं पड़दा है सदा बीबियां पड़दे च इशनान करदियां ने? कहण लगा पता है। कहण लगा ओही तो मैं पुछना चाहता भी असीं लंघे तो असीं पड़दा कीता, ऋषि लंघिया तो तुसां पड़दा क्यों नहीं कीता? कहण लगे राजन असीं पड़दा नंगेज तो करदे है ना? कहण लगे हाँ। कहण लगे मेरे ते लिबास बड़े सुंदर सी, उन्हें तो लगोटी बद्धी सी। कहण लगे राजन असीं केवल शरीर के कपड़े नहीं देखी दे, तुहाडा मन नंगा हुंदा है ते ऋषि का मन पूरा पड़दे च है, वो कवर च है, अपने पड़दे विच है, वो इज्जत विच है। ਉਹਦੀ ਤੇ ਨਿਗਾਹ ਹੀ ਨਹੀਂ कि कौन नहा ਰਿਹਾ ਤੇ कौन जा ਰਿਹਾ, ਤੂੰ ਆਪਣੇ ਰਸਤੇ ਲੰਘ ਗਿਆ, ਪਰ ਤੁਹਾਡਾ ਤੇ ਧਿਆਨ ਹੀ ਸਾਰਾ ਇੱਧਰ ਉੱਧਰ ਹੁੰਦਾ ਹੈ। ਯਾਦ ਰੱਖਣਾ ਸਾਡੇ ਪਰਦੇ ਸਰੀਰ ਤੇ ਪਾਏ ਕੱਪੜੇ ਨਹੀਂ ਗੇ। ਅਸੀਂ ਭਾਵੇਂ ਸਾਰਾ ਸਰੀਰ ਢੱਕਿਆ ਹੋਵੇ, ਪਰ ਅਗਰ ਸਾਡਾ ਕਿਰਦਾਰ ਮਾੜਾ ਤੇ ਅਸੀਂ ਨੰਗੇ ਆ। ਬੇਸ਼ੱਕ ਸੰਸਾਰ ਤੇ ਕਿਸੇ ਨੇ ਕੋਈ ਲੰਗੋਟੀ ਬੰਨੀ ਹੈ, ਅਗਰ ਦਾ ਕਿਰਦਾਰ ਚੰਗਾ ਤੇ ਇੱਜ਼ਤ ਹੈ। ਮੈਂ ਨਹੀਂ ਕਹਿੰਦਾ, ਮਹਾਰਾਜ का वचन है बड़ा प्यारा, भगत जना का लूगुरा ओढ़ नग्न न होई, साकत सिर पाओ रेशमी पहरत पत खोई। किसी ने सिर पाओ रेशमी पाए ने पर बेइज्जत है, साकत है ना, तो दूजे पासे भगत जना का लूगुरा फटी पुरानी कमली जी, वो थोड़ा जा 2-4 गिट्ठा कपड़ा भी अगर वो देखो है तो इज्जतदार है। साडा ये पहनना कैसा है? साडा पहनना जहरीला तो नहीं, किरदार साडा कैसा, साडी इज्जत पर्दा कैसा है? महाराज कहने लगे अगर गुरु तो टुटे हो तो जहरीला जे, अगर गुरु ना जुड़े हो तो तुसी इज्जतदार हो। आ शब्द संसार का है, हालांकि घटिया पद्धर तो लोग वरते ने। कई व्यक्ति को की कहते हैं नंग है, उन्हें कपड़े तो चंगे पाए होंगे ने पर किरदार नहीं होंदा। तो दूजे पासे गुरुदेव कृपा करन असी किरदार दे धारणी बनी है। असी केवल कपड़ियों तक ही सीमित न रहे कि पहनना कपड़े ही नहीं, हर नाम हमारा भोजन होवे, हर नाम हमारा पहनन होवे। वो सतगुरु कहने लगे बिख खाना बिख पहनना। गुरु तो टुटे हुए व्यक्ति का किरदार भी जहरीला है तो उसकी खुराक भी जहरीली है। वो आले दुआले जहर ही फैला रहा है। कहने लगे बिख के मुख गिरास। हुण अपनी कमाई तो अपने बच्चों के मुख गिरास पाई थे ना, असी की करने आ जो कुछ कमा रहे हैं की करोगे, जाके बच्चों के मूँह पावांगे। वड्डा होए असी अपने बच्चे नूं वड्डिया हुंदा देखांगे, पर अगर साडी कमाई खोटी है तो असी अपने बच्चों के मुख चो ग्रास पा रहे, बुरकियां पा रहे हैं, जहरीलियां पा रहे हैं। मत ख्याल करना किसी बेईमानी करके, निंदा करके, चुगली करके, किसी का हक मार के अपने बच्चे नूं वधिया खाना खवा दिता है। नहीं, असा अपने बच्चे नूं जहर खवा दिता है। अगर नेक नीति की कमाई करके सुके कोदरे का प्रशादा भी खवाए तो उस अमृत है। सुनिया होना आपने भाई लालो जी का
ਕੋਧਰੇ ਦਾ ਪ੍ਰਸ਼ਾਦਾ ਸੁੱਕਿਆ ਹੁੰਦਾ ਹੈ, ਪਰ ਗੁਰੂ ਨਾਨਕ ਜੀ ਚੋਂ ਦੁੱਧ ਦੀਆਂ ਧਾਰਾਂ ਚੋਂ ਆਉਂਦੀਆਂ ਦਿਖਾਉਂਦੇ ਨੇ ਨਾ। ਤੇ ਮਲਕ ਭਾਗੋ ਦੇ ਖੀਰ ਪੂੜੀਆਂ ਕਚੌਰੀਆਂ ਨੇ, ਬੜੀਆਂ ਸਵਾਦਿਸ਼ਟ ਹੋਣਗੀਆਂ, ਪਰ ਗੁਰੂ ਨਾਨਕ ਸਾਹਿਬ ਜੀ ਦੇ ਵਿੱਚੋਂ ਜ਼ਹਿਰ, ਲੋਕਾਂ ਦਾ ਟਪਕਦਾ ਖੂਨ ਦਿਖਾਉਂਦੇ ਨਾ। ਅੱਜ ਸਤਿਗੁਰੂ ਕਹਿਣ ਲੱਗੇ, ਪਿਆਰਿਓ, ਅਗਰ ਕੋਈ ਜੀ ਆਪਣੇ ਗੁਰੂ ਤੋਂ ਬੇਮੁਖ ਹੋ ਗਿਆ ਹੈ ਔਰ ਬੇਮੁਖਤਾ ਦੀ ਕਮਾਈ ਕਰਕੇ ਜ਼ਹਿਰ ਇਕੱਠਾ ਕਰਕੇ ਅਗਰ ਆਪਣੇ ਬੱਚਿਆਂ ਨੂੰ ਖਵਾ ਰਿਹਾ ਹੈ, ਤੇ ਸਮਝ ਲੈਣਾ ਆਪਣੇ ਬੱਚਿਆਂ ਨੂੰ ਜ਼ਹਿਰ ਖਵਾ ਰਿਹਾ ਹੈ। ਤੇ ਸਾਡੇ 'ਚੋਂ ਫਿਰ ਸਮਝ ਆ ਜਾਏ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਖਵਾਉਣਾ ਹੈ, ਜ਼ਹਿਰ ਖਵਾਉਣਾ ਹੈ ਕਿ ਅੰਮ੍ਰਿਤ ਖਵਾਉਣਾ ਹੈ। ਇਸ ਕਰਕੇ ਭਾਈ ਨੇਕ ਨੀਤੀ ਦੀ ਕਮਾਈ, ਇਹ ਕਮਾਈ 'ਤੇ ਕੋਈ ਪਾਬੰਦੀ ਨਹੀਂ ਹੈ ਕਿ ਇੱਕ ਕਮਾਉਂਦਾ ਕੋਈ ਲੱਖ ਕਮਾਉਂਦਾ ਹੈ। ਬਸ ਨੀਅਤ ਨੇਕ ਹੋਵੇ, ਆਪਣੇ ਗੁਰੂ ਗੁਰੂ ਜਪਦੇ, ਵਿਖ ਕੇ ਮੁਖ ਗਿਰਾਸ, ਤੇ ਨਤੀਜਾ ਕੀ ਹੈ? ਇੱਥੇ ਦੁੱਖੋ ਦੁੱਖ ਕਮਾਵਣਾ। ਫਿਰ ਤੇ ਦੁੱਖ ਹੀ ਦੁੱਖ ਜ਼ਿੰਦਗੀ ਭਰ ਜਾਂਦਾ ਹੈ। ਪਰਿਵਾਰ ਤੋਂ ਦੁਖੀ, ਵਿਵਹਾਰ ਤੋਂ ਦੁਖੀ, ਵਪਾਰ ਤੋਂ ਦੁਖੀ, ਫਿਰ ਵਿਅਕਤੀ ਦੁੱਖ ਹੀ ਦੁੱਖ ਇਕੱਠਾ ਕਰ ਲੈਂਦਾ ਹੈ। ਜੀਵਦਾ ਦੁਖੀ ਰਹਿੰਦਾ ਹੈ ਤੇ ਸਰੀਰ ਛੁੱਟ ਜਾਂਦਾ ਹੈ। ਮੋਇਆ ਨਰਕ ਨਿਵਾਸ, ਫਿਰ ਨਰਕਾਂ ਦਾ ਭਾਗੀ ਬਣਦਾ ਹੈ। ਮਹਾਰਾਜ ਕਹਿਣ ਲੱਗੇ, ਮਨਮੁਖ ਮੋਹ ਮੈਲੇ, ਬੇਸ਼ੱਕ ਉਤੋਂ ਕਿੰਨੇ ਵਧੀਆ ਸਾਬਣਾਂ ਨਾਲ ਮੂੰਹ ਧੋਤਾ ਹੋਵੇ, ਪਰ ਮਨਮੁਖ ਦਾ ਮੂੰਹ ਮੈਲਾ ਹੁੰਦਾ ਹੈ। ਮਨਮੁਖ ਦੇ ਮੂੰਹ ਨੂੰ, ਮਨਮੁਖ ਦੀ ਬਿਰਤੀ ਨੂੰ ਕਾਂ ਦੀ ਬਿਰਤੀ ਨਾਲ ਕਿਹਾ ਜਾਂਦਾ ਹੈ, ਜੋ ਬੇਸ਼ੱਕ ਚੰਗੇ ਥਾਂ 'ਤੇ ਬੈਠਾ ਜਾ ਕੇ ਗੰਦਗੀ 'ਚ ਮੂੰਹ ਪਾ ਲੈਂਦਾ ਹੈ। ਮਨਮੁਖ ਦੀ ਬਿਰਤੀ ਨੂੰ ਕੂਕਰ ਦੀ ਬਿਰਤੀ ਨਾਲ ਜੋੜਿਆ ਜਾਂਦਾ ਹੈ, ਭਾਵੇਂ ਉਹਨੂੰ ਰਾਜਗੱਦੀ 'ਤੇ ਬਿਠਾ ਦਿਓ ਤਦ ਵੀ ਜੂਠਣ 'ਚ ਮੂੰਹ ਪਾ ਦੇਗਾ। ਮਨਮੁਖ ਮੂੰਹ ਮੈਲੇ, ਸ਼ਬਦ ਨਾ ਜਾਣਨੀ, ਕਿਉਂਕਿ ਸ਼ਬਦ ਨੂੰ ਨਹੀਂ ਸਮਝ ਪਾਏ, ਸ਼ਬਦ ਨਹੀਂ ਪੜ੍ਹ ਪਾਏ, ਤੇ ਕੀ ਕਾਮ ਕ੍ਰੋਧ ਦੇ ਵਿਨਾਸ਼, ਕਾਮ ਕ੍ਰੋਧ ਚੱਕਰ 'ਚ ਉਲਝ ਜਾਂਦੇ ਨੇ। ਸਤਿਗੁਰ ਕਾ ਭਉ ਛੋੜਿਆ, ਉਹਨਾਂ ਨੇ ਸਤਿਗੁਰ ਦਾ ਭਉ ਛੱਡ ਦਿੱਤਾ ਹੈ, ਉਹਨਾਂ ਦੇ ਹਿਰਦੇ 'ਚੋਂ ਸਤਿਗੁਰ ਕਾ ਭਉ ਨਿਕਲ ਗਿਆ ਹੈ। ਤੇ ਮਨ ਹਠ ਕੰਮ ਨ ਆਵੇ ਰਾਸ, ਮਨ ਹਠ ਕਰਕੇ ਕੀਤੇ ਹੋਏ ਕੰਮ ਕਦੇ ਰਾਸ ਨਹੀਂ ਆਉਂਦੇ। ਕਹਿਣ ਲੱਗੇ, ਫਿਰ ਨਤੀਜਾ ਜਮਪੁਰ ਬੱਧੇ ਮਾਰੀਆ ਹੈ। ਫਿਰ ਐਸੇ ਜੀ ਜਮ ਦੇ ਦਰ 'ਤੇ ਬੱਧੇ ਮਾਰ, ਮੂੰਹੇ ਮੂੰਹ ਖਾਏ ਕਹਿੰਦੇ ਨੇ। ਜਮਪੁਰ ਬੱਧੇ ਮਾਰੇ ਹੈ, ਕੋ ਨਾ ਸੁਣੇ ਅਰਦਾਸ, ਉੱਥੇ ਫਿਰ ਕੋਈ ਪੁਕਾਰ ਨਹੀਂ ਸੁਣਦਾ। ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ ਕੋ ਨਾ ਸੁਣੇ ਅਰਦਾਸ। ਕੀ ਕਰੀਏ ਮਹਾਰਾਜ, ਸਕੀ ਇੱਕ ਨਾਨਕ ਪੂਰਬ ਲੇਖਿਆ ਕਮਾਵਣਾ। ਅਸਾਂ ਥੋੜ੍ਹਾ ਕੁਛ ਕੀ ਹੈ, ਜੋ ਇਹਨੇ ਕੀਤਾ ਹੈ ਸੋ ਕਮਾਇਆ, ਜੋ ਪਾ ਰਿਹਾ, ਕਿਉਂਕਿ ਹਰ ਜੀ ਆਪਣੇ ਕਰਮਾਂ ਦੇ ਫਲ 'ਤੇ ਪਾ ਰਿਹਾ ਹੈ। ਇਹ ਕਿਸੇ ਕਰਕੇ ਚੰਗੇ ਕਰਮ ਕਰੀਏ, ਅੰਮ੍ਰਿਤਮਈ ਕਰਮ ਕਰ ਸਕੇ। ਮਹਾਰਾਜ ਨਾਨਕ ਪੂਰਬ ਲਿਖਿਆ ਕਮਾਉਣਾ, ਗੁਰਮੁਖ ਨਾਮ ਨਿਵਾਸ। ਜੇ ਗੁਰਮੁਖਤਾ ਦੇ ਕਰਮ ਕੀਤੇ ਤੇ ਨਾਮ ਦੇ ਵਿੱਚ ਨਿਵਾਸ ਹੋ ਜਾਂਦਾ ਹੈ, ਤੇ ਨਾਮ ਅੰਮ੍ਰਿਤ ਹੈ, ਫਿਰ ਅੰਮ੍ਰਿਤ ਵਿੱਚ ਨਿਵਾਸ ਹੋ। ਗੁਰਦੇਵ ਕਿਰਪਾ ਕਰਨ ਅਸੀਂ ਨਾਮ ਅੰਮ੍ਰਿਤ ਪ੍ਰਾਪਤ ਕਰ ਸਕੀਏ, ਜੀਵਨ ਅੰਮ੍ਰਿਤਮਈ ਹੋ ਜਾਏ। ਤੇ ਜਿਨ੍ਹਾਂ ਜੀਵਨ ਅੰਮ੍ਰਿਤਮਈ ਹੈ ਉੱਥੇ ਸੁੱਖ ਹੈ, ਆਨੰਦ ਹੈ, ਖੇੜਾ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।